ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਹਰਜਿੰਦਰ ਵਾਲੀਆ ਸ਼ੋਅ ਦੇ ਵਿੱਚ ਤੁਹਾਡਾ ਸਵਾਗਤ। ਪਿਆਰੇ ਦਰਸ਼ਕੋ, ਜਿਸ ਤਰ੍ਹਾਂ ਦੇ ਹਾਲਾਤ ਨੇ ਅੱਜ ਗੱਲ ਪੰਜਾਬ ਤੋਂ ਸ਼ੁਰੂ ਕਰਨੀ ਬਣਦੀ ਹੈ। ਕਾਰਨ ਬੜਾ ਸਪਸ਼ਟ ਹੈ। ਪਿਛਲੇ 2 ਦਿਨਾਂ ਦੇ ਵਿੱਚ ਜਿੰਨੀ ਗਿਣਤੀ ਨਾਲ ਪੰਜਾਬ ਦੇ ਵਿੱਚ ਕਰੋਨਾ ਮਰੀਜ਼ਾਂ ਦੀ ਸੰਖਿਆ ਵਧੀ ਹੈ ਤੇ ਹੈਰਾਨੀ ਵੀ ਹੈ ਔਰ ਥੋੜਾ ਇਸ ਗੱਲ ਦਾ ਡਰ ਹੈ ਕਿ ਪੰਜਾਬ ਇੰਨੀ ਤੇਜ਼ੀ ਨਾਲ ਕਿਉਂ ਉਧਰ ਨੂੰ ਵੱਧ ਰਿਹਾ ਹੈ। ਕਿਤੇ ਨੀਤੀ ਆਯੋਗ ਵਾਲੀ ਗੱਲ ਠੀਕ ਤਾਂ ਨਹੀਂ ਹੋ ਜੂ ਜਿਹੜੀ ਉਹਨਾਂ 10,000 ਦੀ ਗੱਲ ਕੀਤੀ ਸੀ, ਉਸ ਪਾਸੇ ਧਿਆਨ ਜ਼ਰੂਰ ਜਾਂਦਾ ਹੈ। ਕੱਲ ਜਦੋਂ ਟੋਟਲ ਸੰਖਿਆ ਦੀ ਗੱਲ ਕਰਦੇ ਆ, ਟੋਟਲ ਗਿਣਤੀ ਦੀ ਗੱਲ ਕਰਦੇ ਆ ਤਾਂ 321 ਅਜਿਹੇ ਕੇਸ ਆਏ ਨੇ ਜਿਹੜੇ ਹਜੂਰ ਸਾਹਿਬ ਦੇ ਸ਼ਰਧਾਲੂ ਨੇ, ਜਿਹੜੇ ਨੰਦੇੜ ਸਾਹਿਬ ਤੋਂ ਵਾਪਸ ਆਏ ਸੀ, ਜਿਹੜੇ ਮਰੀਜ਼ ਬਣੇ ਨੇ ਉਹ 321 ਤੇ ਟੋਟਲ ਗਿਣਤੀ ਸੋਚਿਆ ਨਹੀਂ ਸੀ 718 ਹੋ ਗਈ ਹੈ। 718 ਔਰ ਬਹੁਤ ਤੇਜ਼ੀ ਨਾਲ ਅੰਮ੍ਰਿਤਸਰ ਬਹੁਤ ਤੇਜ਼ੀ ਨਾਲ ਵਧਿਆ ਤੇ ਹੁਣ ਕੱਲੇ ਅੰਮ੍ਰਿਤਸਰ ਦੇ ਵਿੱਚ 145 ਕੇਸ ਹੋ ਗਏ ਨੇ। ਤਾਂ ਇਸੇ ਤਰੀਕੇ ਨਾਲ ਕੱਲ ਪਟਿਆਲੇ ਦੇ ਵਿੱਚ ਵੀ 25 ਕੇਸ ਆ ਗਏ, ਜਿਨ੍ਹਾਂ 'ਚ 24 ਸ਼ਰਧਾਲੂ ਨੇ। ਮਤਲਬ ਪਟਿਆਲਾ ਵੀ 100 ਦੇ ਨੇੜੇ ਪਹੁੰਚਦਾ ਜਾ ਰਿਹਾ ਹੈ, ਮੋਹਾਲੀ ਵੀ ਉਧਰ ਨੂੰ ਵੱਧ ਰਿਹਾ ਹੈ, ਜਲੰਧਰ ਪਹਿਲੇ ਹੀ 100 ਟੱਪ ਗਿਆ। ਪਹਿਲਾਂ 16 ਕੇਸ ਆਏ, ਫਿਰ ਕੁਝ ਹੋਰ ਕੇਸ ਆਏ। ਤੇ ਜਿਸ ਤਰੀਕੇ ਨਾਲ ਇਹ ਹੋ ਰਿਹਾ ਹੈ, ਪਠਾਨਕੋਟ, ਤਰਨਤਾਰਨ ਔਰ ਕਪੂਰਥਲਾ, ਹੁਸ਼ਿਆਰਪੁਰ, ਸੰਗਰੂਰ, ਜਲਾਲਾਬਾਦ ਸੁਣਿਆ ਨਹੀਂ ਸੀ, ਫਾਜ਼ਿਲਕਾ ਸੀ ਕਹਿੰਦੇ ਸੀ ਕਰੋਨਾ ਮੁਕਤ ਹੈ, ਲੇਕਿਨ ਉੱਥੇ ਵੀ ਕੱਲ 3 ਕੇਸ ਆ ਗਏ ਨੇ। तो ਜਿਹੜੇ ਸ਼ਰਧਾਲੂਆਂ ਦੇ ਕੇਸ ਵਧਣਾ, ਇਹ ਤੇ ਨਾ ਸਿਰਫ ਸਿਆਸਤ ਹੋ ਰਹੀ ਹੈ, ਇਹ ਤੇ ਡਰ ਵੀ ਲੱਗ ਰਿਹਾ ਹੈ ਕਿ ਹਾਲੇ ਤਾਂ ਬਹੁਤ ਸਾਰੇ ਟੈਸਟਾਂ ਦੀ ਰਿਪੋਰਟਾਂ ਆਉਣੀਆਂ ਬਾਕੀ ਨੇ। ਸਵਾਲ ਬੜੇ ਸਪਸ਼ਟ ਨੇ ਕਿ ਇੰਨੇ ਲੋਕ ਉੱਥੇ ਪੋਜ਼ਿਟਿਵ ਸੀ। ਗੁਰਦੁਆਰੇ ਚ ਅਸੀਂ ਸਮਝਦੇ ਸਭ ਕੁਝ ਠੀਕ ਹੈ, ਉੱਥੇ ਇਹ ਸਾਰਾ ਕੁਝ ਠੀਕ ਚੱਲ ਰਿਹਾ ਸੀ। ਜੇ ਸਭ ਕੁਝ ਠੀਕ ਸੀ ਤਾਂ ਉੱਥੋਂ ਇੱਕੋ ਦਮ ਇੰਨੇ ਕਿਵੇਂ ਆ ਗਏ ਕੇਸ? ਗਿਆਨੀ ਹਰਪ੍ਰੀਤ ਸਿੰਘ ਅਕਾਲ ਤਖਤ ਦੇ ਜਥੇਦਾਰ ਦਾ ਇਹ ਕਹਿਣਾ ਕਿ ਜੀ ਉੱਥੇ ਤਾਂ 2-3 ਕੇਸ ਸੀ ਨੰਦੇੜ ਸਾਹਿਬ 'ਚ, ਸਾਰਾ ਕੁਝ ਠੀਕ ਸੀ, 3 ਵਾਰ ਅਸੀਂ ਉੱਥੇ ਜਿਹੜਾ ਮੈਡੀਕਲ ਕਰਾਇਆ, ਤੇ ਫਿਰ ਜੇ ਸਾਰਾ ਕੁਝ ਠੀਕ ਸੀ ਤਾਂ ਆਉਂਦੇ ਹੋਏ 80 ਬੱਸਾਂ ਪੰਜਾਬ ਸਰਕਾਰ ਨੇ ਭੇਜੀਆਂ। ਕੁਝ ਲੋਕ ਵੈਸੇ ਆਪਦੇ ਆਏ, ਉਹ ਜਿਵੇਂ ਟੈਂਪੂ ਟਰੈਵਲ ਆਇਆ ਤੇ ਉਹਦੇ ਚ ਆਉਂਦੇ ਹੋਏ ਇੰਨੇ ਬੰਦਿਆਂ ਨੂੰ ਹੋ ਗਿਆ। 3 ਤਾਂ ਡਰਾਈਵਰ ਵੀ ਜਿਹੜੇ ਨੇ ਉਹ ਪੋਜ਼ਿਟਿਵ ਹੋ ਗਏ। ਇਹ ਗੱਲ ਕਿਤੇ ਨਾ ਕਿਤੇ ਹਜ਼ਮ ਨਹੀਂ ਹੋ ਰਹੀ। ਗੱਲ ਕੀ ਹੈ ਇੱਥੇ? ਜੇ ਉੱਥੇ 3 ਵਾਰ ਨੈਗੇਟਿਵ ਆਏ ਨੇ, ਉਹ ਇੱਥੇ ਆ ਕੇ ਪੋਜ਼ਿਟਿਵ ਕਿਵੇਂ ਹੋ ਗਏ 2 ਦਿਨਾਂ ਚ? ਇਹ ਸਾਰਾ ਕੁਝ ਦੇਖਣਾ ਹੈ ਕਿਤੇ ਨਾ ਕਿਤੇ। ਹੁਣ ਦੇਖੋ ਤੁਸੀਂ, ਇਹ ਸਿਆਸਤ ਹੈ। ਪਹਿਲਾਂ ਬੀਬਾ ਹਰਸਿਮਰਤ ਕੌਰ ਜੀ ਇਹ ਕਹਿੰਦੇ ਸੀ ਕਿ ਜੀ ਅਸੀਂ ਲੈ ਕੇ ਆ ਰਹੇ ਹਾਂ ਉਹਨਾਂ ਨੂੰ, ਜਲਦੀ ਲੈ ਕੇ ਆਓ, ਕਣਕ ਦੀ ਵਾਢੀ ਦਾ ਸਮਾਂ, ਫਸੇ ਹੋਏ ਨੇ, ਅਸੀਂ ਲਿਖਿਆ, ਅਸੀਂ ਮੰਗਾਏ। ਤੇ ਦੂਜੇ ਪਾਸੇ ਕੈਪਟਨ ਸਾਹਿਬ ਕਹਿੰਦੇ ਮੈਂ ਕੀਤਾ। ਤੇ ਚਲੋ ਇਸ ਰੋੜੇ ਰੱਪੇ ਚ ਬੱਸਾਂ ਵੀ ਭੇਜਤੀਆਂ, ਲੋਕ ਆਪ ਵੀ ਆਏ। ਤੇ ਹੁਣ ਸੁਖਬੀਰ ਬਾਦਲ ਜੀ ਕਹਿੰਦੇ ਅਸੀਂ ਕਿਹਾ ਤਾਂ ਸੀ ਪਰ ਇਹ ਪ੍ਰਬੰਧ ਤਾਂ ਸਰਕਾਰ ਨੇ ਕਰਨਾ ਸੀ। ਤੇ ਜੇ ਆਪਾਂ ਕਹੀਏ ਕਿ ਤੁਹਾਡੀਆਂ ਬੱਸਾਂ ਵੀ ਆਈਆਂ, ਤੁਸੀਂ ਕਲੇਮ ਕੀਤਾ, ਤੁਹਾਡੇ ਬਾਬਾ ਸਾਹਿਬ ਨੇ ਕਿਹਾ ਕਿ ਜੀ ਇਹ ਸੁਖਬੀਰ ਸਿੰਘ ਬਾਦਲ ਦੇ ਕਾਰਨ ਅਸੀਂ ਭੇਜ ਰਹੇ ਹਾਂ ਪਹਿਲੀਆਂ 10 ਬੱਸਾਂ। ਤਾਂ ਇਹ ਜਿਹੜੀ ਸਿਆਸਤ ਉਦੋਂ ਕ੍ਰੈਡਿਟ ਬਾਰ ਦੀ ਸੀ, ਹੁਣ ਜਦੋਂ ਨੁਕਸਾਨ ਹੋ ਰਿਹਾ ਹੈ, ਹੁਣ ਇੱਕ ਦੂਜੇ ਤੇ ਇਲਜ਼ਾਮ ਤਰਾਸ਼ੀ ਹੋ ਰਹੀ ਹੈ। ਨੁਕਸਾਨ ਤਾਂ ਸਿੱਖ ਕੌਮ ਦਾ ਹੋ ਰਿਹਾ ਹੈ। ਤੁਹਾਨੂੰ ਪਤਾ ਹੈ ਕਿ ਨੰਦੇੜ ਸਾਹਿਬ ਵਰਗਾ ਜਿਹੜਾ ਇਤਿਹਾਸਕ ਗੁਰਦੁਆਰਾ ਬੰਦ ਕਰ ਦਿੱਤਾ ਸਰਕਾਰ ਨੇ, ਮਹਾਰਾਸ਼ਟਰ ਸਰਕਾਰ ਨੇ ਗੁਰਦੁਆਰੇ ਨੂੰ ਵੀ ਬੰਦ ਕਰਤਾ ਔਰ ਗੁਰਦੁਆਰਾ ਸਾਹਿਬ ਦੇ ਨਾਲ ਲੰਗਰ ਸਾਹਿਬ ਵੀ ਬੰਦ। ਜਿਹੜੇ ਗੁਰਦੁਆਰਾ ਲੰਗਰ ਸਾਹਿਬ ਸੀ ਜਿੱਥੇ ਲੋਕ ਰਹੇ ਸੀ, ਉਹਨੂੰ ਵੀ ਬੰਦ ਕਰ ਦਿੱਤਾ। ਇਸ ਤਰ੍ਹਾਂ ਪਹਿਲੀ ਵਾਰ ਹੋਇਆ ਇਸ ਤਰ੍ਹਾਂ ਦੇ ਸੰਕਟ ਦੇ ਵਿੱਚ। ਨਹੀਂ ਤਾਂ ਲੋਕ ਇੱਥੇ ਜਿਹੜਾ ਹੈ ਸ਼ਰਨ ਲੈਣ ਆਉਂਦੇ ਸੀ, ਢਿੱਡ ਭਰਨ ਆਉਂਦੇ ਸੀ, ਤੇ ਉੱਥੇ ਇਸ ਤਰ੍ਹਾਂ ਦੇ ਹਾਲਾਤ ਬਣੇ ਨੇ। ਤੇ ਕਿਤੇ ਨਾ ਕਿਤੇ ਇਹ ਤੇ ਜਿਹੜੀ ਹੈ ਸਾਨੂੰ ਬਹੁਤ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ ਵੀ ਹੋ ਕੀ ਰਿਹਾ ਹੈ। ਸੰਤ ਬਾਬਾ ਬਲਵਿੰਦਰ ਸਿੰਘ ਨੇ ਵੀਡੀਓ ਜਾਰੀ ਕੀਤੀ, ਚਾਹੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ, ਚਾਹੇ ਕੇਸਗੜ੍ਹ ਸਾਹਿਬ ਦੇ ਜਥੇਦਾਰ ਨੇ ਕਿਹਾ, ਸਿਆਸਤ ਤਾਂ ਹੋਊਗੀ ਨਾ ਫਿਰ। ਜੇ ਸੁਖਬੀਰ ਸਿੰਘ ਬਾਦਲ ਕਹਿ ਰਿਹਾ ਹੈ, ਜੇ ਜਥੇਦਾਰ ਦੋਨੇ ਇਹ ਕਹਿ ਰਹੇ ਨੇ ਕਿ ਜੀ ਇਹ ਕੀ ਹੋ ਰਿਹਾ ਹੈ, ਸਿੱਖਾਂ ਨੂੰ ਬਦਨਾਮ ਕਰਨ ਵਾਲੀ ਗੱਲ ਹੋ ਰਹੀ ਹੈ, ਤਬਲੀਗੀਆਂ ਵਾਲੀ ਗੱਲ ਹੋ ਗਈ ਹੈ, ਤਾਂ ਤੇ ਕਿਤੇ ਨਾ ਕਿਤੇ ਇਹ ਗੱਲ ਵੀ ਤਾਂ ਸਪਸ਼ਟ ਹੈ
ਕਿ ਉੱਥੇ ਜੇ ਸਭ ਕੁਝ ਠੀਕ ਸੀ ਇੱਥੇ ਕਿਵੇਂ ਗੜਬੜ ਹੋ ਗਿਆ। ਇਹ ਵੀ ਫਿਰ ਉਦੋਂ ਬਾਅਦ ਸਰਕਾਰ ਤੇ ਹੁਣ ਕੱਲ ਸਰਕਾਰ ਨੇ ਜਦੋਂ ਬੰਦੇ ਲਿਆਂਦੇ ਤੇ ਉੱਥੇ ਜਿੱਥੇ ਰੱਖੇ ਨੇ, ਜਿਹੜੇ ਐਸੋਲੇਸ਼ਨ ਚ ਰੱਖੇ ਨੇ, ਐਸੋਲੇਸ਼ਨ ਵਾਰਡ ਦੇ ਵਿੱਚ ਕੱਲ ਪ੍ਰੋਟੈਸਟ ਹੋਇਆ। ਬਾਹਰੋਂ ਲੁਧਿਆਣੇ ਉਹਨਾਂ ਦੇ ਬੰਦੇ ਖੜੇ, ਪਰਿਵਾਰ ਵਾਲੇ ਅੰਦਰੋਂ ਉਹਨਾਂ ਨੇ ਕੀਤਾ ਵੀ ਹੋ ਕੀ ਰਿਹਾ। ਇਹ ਵੀ ਗੱਲ ਕੈਪਟਨ ਸਾਹਿਬ ਸਮਝ ਨਹੀਂ ਆਉਂਦੀ। ਭਾਈ ਲੌਂਗੋਵਾਲ ਨੇ ਸਭ ਤੋਂ ਪਹਿਲਾਂ ਮੈਂ ਇੰਟਰਵਿਊ ਕੀਤਾ ਸੀ, ਹਾਲੇ ਤਾਂ ਤਿਆਰੀਆਂ ਹੋ ਰਹੀਆਂ ਸੀ, ਉੱਥੇ ਲੈ ਕੇ ਆਉਂਦੀ ਹੈ। ਜਦੋਂ ਉਹਨਾਂ ਨੇ ਕਿਹਾ ਸੀ ਸਾਡੀਆਂ ਸਰਾਵਾਂ ਤਿਆਰ ਨੇ, ਉਹਦੇ ਚ ਬੰਦੇ ਰੱਖੋ, ਤੁਸੀਂ ਉਹਦੇ ਚ ਕਿਉਂ ਨਹੀਂ ਰੱਖਿਆ? ਸਕੂਲਾਂ ਚ ਸ਼ੈਡਾਂ ਚ ਕਿਉਂ ਰੱਖ ਰਹੇ ਹੋ? ਇਹ ਤਾਂ ਤੁਹਾਨੂੰ ਪਤਾ ਵੀ ਸ਼ਰਧਾਲੂ ਨੇ ਉਹ, ਤੇ ਜੇ ਸ਼ਰਧਾਲੂਆਂ ਨੂੰ ਗੁਰਦੁਆਰੇ ਦੀ ਜੇ ਉਹ 1 ਮਹੀਨਾ ਉਹ ਗੁਰਦੁਆਰੇ ਚ ਰਹਿ ਸਕਦੇ ਨੇ ਤੇ ਇਕਾਂਤ ਵਾਸਤੇ ਇੱਥੇ ਕਿਉਂ ਨਹੀਂ ਰਹਿ ਸਕਦੇ? ਤਾਂ ਬਹੁਤ ਸਾਰੇ ਸਵਾਲ ਨੇ ਤੇ ਜਿਹੜੇ ਸਾਨੂੰ ਪੁੱਛਣੇ, ਤੁਹਾਨੂੰ ਵੀ ਔਰ ਕੇਂਦਰ ਸਰਕਾਰ ਨੂੰ ਵੀ। ਜੇ ਕੇਂਦਰ ਸਰਕਾਰ 1200 ਬੰਦਿਆਂ ਨੂੰ ਲੈ ਕੇ ਅੱਜ ਇੱਕ ਗੱਡੀ ਚਲਾ ਸਕਦੀ ਹੈ हैदराबाद तेलंगाना तो जी है, ਜਾਂ हैदराबाद तो झारखंड तक, हटिया तक, तो इथों क्यों नहीं चल सकती सी? ये जड़ा है ना किते सियासत हो रही है, मनो ना मनो बहुत दुख की गल है। पंजाब 718 केस ते इको दिन च एडे केस का आना, 321 श्रद्धालुओं का पॉजिटिव होना दुख की भी गल है, हैरानी की भी गल है। और असी आस करिए कि होर ठीक रहन, लेकिन हाले रिजल्ट होने बाकी ने। तो हुण आपां एक दूजी खबर ले लईए जिहड़ी सीधे तौर ते साडे लोकां नाल संबंधित है। वो ये है कि जी जिहड़ा रैड, ग्रीन ते ऑरेंज जोन बना दिते गए ने सरकार वल्लों, जदों ये ऐलान किया कि हुण जिहड़ा लॉकडाउन बढ़ा दिता गया 2 हफ्तिਆਂ ਲਈ होर। देखो पहला 25 मार्च ਨੂੰ लाया, बिना दसे लाया। मोदी साहब का स्टाइल है, नोटबंदी तो लैके नोट कर लो, ये स्टाइल है। कैप्टन अमरिंदर सिंह ने कर्फ्यू लाना सी, पहला दसता सी भी इन्नी तरीक तू इन्ने बजे तो बसां बंद हो जाणगियां ताकि लोग टिकाणे ते पहुंच जाण, लेकिन इन्हां नूं कोई टिकाणे ते पहुंचण दा मतलब नहीं सी। 22 तरीक नूं तां थालियां खड़कातियां, कहंदे जी जनता कर्फ्यू, ते 24 नूं लाता जिहड़ा है लॉकडाउन करता। ये भी कहा भी कर्फ्यू वर्गी स्थिति है, जो जिथे उत्थे रहे। ते उस तो बाद 14 अप्रैल तक सी, फिर 15 अप्रैल तो 3 मई तक, हुण तीजा लॉकडाउन 4 मई तो 17 मई तक करता। इस बार थोड़ी जी गल समझण वाली है कि 3 हिस्सों च वंडता सारे देश नूं। कि किहड़े हिस्से बनाए? पहला तो बनाता रैड जोन जिस च 130 जिले ने, ते दूजा बनाता ऑरेंज जोन जिस च 284 जिले ने, तीसरा हैगा ग्रीन जोन जिस च 319 जिले ने। इन्हां दे विच जिहड़े रैड जोन ने उन्हां च जिहड़े अगे फर्दर कंटेनमेंट वाले जिहड़े जिथे सील कीते हुए ने वो एरिया च तां पूरी सख्ती, कुछ नहीं कोई शर्त नहीं, कुछ नहीं खुलेगी। सिर्फ वही जिहड़ियां जरूरी सेवावां जिवें पहला सी उवें चलणगियां। लेकिन हाँ ये गल जरूर है कि जे 21 दिन कोई केस नवां नहीं आउंदा, रैड जोन वाला ऑरेंज जोन च जा सकदा जिला, ये गल जरूर उहदे च रखी है। लेकिन नाल ਜਿਹੜੇ ऑरेंज जोन है ਉਹਦੇ ਚ ਕੁਝ ਢਿੱਲਾਂ ਦੇਤੀਆਂ, ਮਤਲਬ ਉਹਦੇ ਚ ਤੁਸੀਂ ਇੰਡਸਟਰੀ ਵੀ ਥੋੜੀ ਚੱਲ ਸਕਦੀ ਹੈ, ਪਰ 50% ਸਟਾਫ ਦੇ ਨਾਲ ਬੱਸਾਂ ਭਾਵੇਂ ਨਹੀਂ, ਪਰ ਟੈਕਸੀ ਤੇ ਕਾਰ ਚੱਲ ਸਕਦੀ ਹੈ। ਟੈਕਸੀ ਚ ਇੱਕ ਬੰਦਾ ਬੈਠੂਗਾ, ਜਿਹੜੀ ਟੋਟਲ 2 ਹੋਣਗੇ। ਜੇ ਤੁਹਾਡੀ ਨਿੱਜੀ ਕਾਰ ਹੈ ਤਾਂ 2 ਬੰਦੇ ਬੈਠੇ ਚਲਾ ਸਕੂ, ਇਹ ਆਗਿਆ ਦੇਤੀ। ਔਰ ਜਿਹੜੇ 319 ਜ਼ਿਲ੍ਹੇ ਨੇ ਗ੍ਰੀਨ ਵਾਲੇ, ਉਹਦੇ ਚ 50% ਸਵਾਰੀਆਂ ਬਿਠਾ ਕੇ ਬੱਸਾਂ ਵੀ ਚੱਲਣਗੀਆਂ। ट्रक तो सारे चलणगे क्योंकि उन्होंने वो सरकार नहीं चाहती भी चेन जी है टुटे किसी भी तरीके नाल सप्लाई दी। तो ये जे बसा भी शुरू करती तो नाल तुहानूं होर भी दसा ट्रेनां भी कुछ शुरू कीतियां ने। तो कल एक ट्रेन चली है 1200 जिहदा मैं जिक्र किया, अगे जाके मैं दसदा होर कित्थे चलियां ने। 6 ट्रेनां दा जिक्र है इहदे च। नाल ये गल दसनी बहुत जरूरी है, जिहड़े दूर बैठे ने, हालांकि मीडिया ने तुहानूं दस ही दिता होएगा कि जिहड़ा शॉपिंग मॉल, पब, रेस्टोरेंट, स्कूल, कॉलेज ते विद्यक अदारे, जिम, सैलून ये सारे बंद रहेंगे, ये सारे किते बंद रहेंगे। ते लेकिन जिहड़ा एक गल बार बार पुछ रहे सी ते कैप्टन साहब तां लिख के भी दिता सी, उन्होंने उन्हां दी अर्जी ना मंजूर हो गई सी। की सी कि ठेके खोलने, ते हुण ठेकियां दी की पोजीशन है? ते ठेकियां दी पोजीशन पंजाब ने तां हले अज फैसला करना है,
लेकिन सरकार ने एक किस्म की आग्ञा देती, लेकिन उन्होंने ठेकिਆਂ की आग्ञा दी है ਜਿਹੜੇ अलग-अलग ने, ਜਿਹੜੇ दूर-दूर ने, ਜਿਹੜੇ सैमी अर्बन एरिया च ने, ਜਿਹੜੇ ਕੱਲੇ-ਕੱਲੇ ने। लेकिन जो बाजारां च ने भीड़ भड़के वाली थां ते नहीं ठेके वाले भी खुलने, शॉपिंग वाले जां रेस्टोरेंटां दी जां बीयर बारां ਉਹਦੇ ਚ नहीं कुछ होना। लेकिन ठेके खोलने की आग्ञा, शराब दियां दुकानां खोलने की आग्ञा मिल गई है। हुण पंजाब की करेगा, लगदा ये है पंजाब च जदों अज फैसला होना है कि जिहड़ा पंजाब दे रैड जोन बनाते, पंजाब च 4 ਜ਼ਿਲ੍ਹੇ ने जिहड़े, हरियाणा दे 3 ने रैड जोन च, जिहड़े पंजाब वाले ने उत्थे नहीं खुलणगे, चाहे वो मोहाली है, ईवन पटियाला भी है, ते चाहे वो तुसीं उहनूं लुधियाना, अमृतसर, इन्हां च शायद ना खुलन। लेकिन बाकी थां ते कैप्टन साहब ने ठेके खोल देने ने, लग ये रहा। बाकी देखते हैं अज जो फैसला हुंदा है, ये सारा कुछ जिहड़ियां ढिल्लां ने इस शाम नूं 7 तो सवेरे 7 बजे तक बिल्कुल बंद है। तो ये सारी गल जो आपां करदे हां तां जिहड़ी 17 मई तक हुण सारा देश हाले होर घरां च बैठूगा, लेकिन कुछ शर्तां ने। ते पंजाब तां पहले ही उन्होंने जिहड़ा 7 तो 11 कर्फ्यू खोलण की गल कीती है, ਉਹਦੇ बारे भी आपां गल करदे हां। ये भी गल करनी है कि जिहड़ियां ट्रेनां ਚੱਲੀਆਂ ने ਉਹ किथे-किथे ਚੱਲੀਆਂ ने, पहला क्यों नहीं ਚੱਲੀ। ਜਿਹੜੇ ਹੁਣ ਅਸੀਂ ਸ਼ਰਧਾਲੂਆਂ ਦੀ ਗੱਲ ਕਰਦੇ ਆਂ ਤੇ ਸਰਕਾਰ ਉਦੋਂ ਕਿੱਥੇ ਗਈ ਸੀ? ਉਹ ਤਾਂ ਕੈਪਟਨ ਸਾਹਿਬ ਨੇ ਵੀ ਕਿਹਾ ਸੀ ਜੇ ਤੁਸੀਂ ਜੇ तेलंगाना ਤੇ ਝਾਰਖੰਡ ਦੀ ਸਰਕਾਰ ਦੀ ਸਹਿਮਤੀ ਨਾਲ ਚਲਾ ਸਕਦੇ ਹੋ ਤਾਂ ਪੰਜਾਬ ਤੇ ਉਦੋਂ ਠਾਕਰੇ ਨਾਲ ਤਾਂ ਗੱਲ ਚੱਲ ਰਹੀ ਸੀ। ਸਿਆਸਤ ਨਾ ਹੋ ਰਹੀ ਹੋਵੇ ਕਿਤੇ, ਇਹਦੀ ਵੀ ਜ਼ਰੂਰਤ ਹੈ। ਇਹ ਗੱਲ ਵੀ ਕਰਨੀ ਹੈ। कैप्टन साहब ने कल आप गल्लां कीतियां ने ते सियासत तो दूर रहन दी जिहड़ी गल कीती है ਉਹਦੇ बारे भी गल करनी है। पर हुण लवांगे आपां एक छोटा जिहा ब्रेक, ब्रेक तो बाद आपां दुबारा मिलदे हां ते ਇਹ ਉਹ गल करदे हां जिहदा मैं जिक्र कर रहा, जिहड़ी कैप्टन साहब ने कल लंबा भाषण दिता है ते ਉਹਦੇ च यही गल कही है कि सियासत नहीं करनी चाहिए। पर दूजे पासे कल पंजाब च तिरंगे झंडे लहरा के वितकरे की गल हुई है कि वो सियासत है। जो भारतीय जनता पार्टी वालों ने वर्त रखे कांग्रेस के खिलाफ, ये बहुत सारी गल्लां ने। तो हुण लैने ब्रेक, ब्रेक तो बाद आपां दोबारा मिलते हैं। ब्रेक तो बाद थोड़ा फिर स्वागत। ब्रेक तो जाने तो पहले मैं थोड़ा दस रहा सी कि कल कैप्टन साहब ने भाषण दिता, मैं भाषण चंगी तरह सुनिया ते वो ये कहते देखे गए कि जदों तुसी आल पार्टी मीटिंग कीती सी उदों तुसी मैनूं यकीन दिवाया सी कि सारियां पार्टियां तुहाडे नाल ने, पर हुण तुसी सियासत कर रहे हो। उन्हें तो नाम भी लिया कि अकाली वाले भी सियासत कर रहे हैं और आम आदमी पार्टी वाले भी सियासत कर रहे हैं। तो उन्होंने कहा इस मौके सियासत नहीं करनी चाहिए। कैप्टन साहब ने ना सिर्फ यही कहा, उन्होंने तो एक हिस्टरी की एग्जाम्पल दी। कैप्टन साहब नूं शौक है लिखण का भी, खास तौर पर हिस्टोरिकल किताबां लिखण का। मैं एक बार इन्हां दिनां च कैप्टन साहब नूं मिलिया सी तो उन्होंने मैनूं किताब दी सी, वो भी उन्होंने जिहड़ी लेटेस्ट किताब है। तो हिस्टरी के एंगल तो वो लगातार पढ़ते हैं, बोलते हैं तो उदाहरण भी देंगे ने। कल की उदाहरण दी उन्होंने, वो कहते जो बरतानिया की लड़ाई जर्मन नाल चल रही सी तां जिहड़ा विंस्टन चर्चिल है वो सी प्रधानमंत्री, कंजरवेटिव पार्टी का सी। लेकिन क्योंकि देश दे विच लड़ाई चलदी सी, उन्होंने जिहड़ा लेबर पार्टी दे कैलमिट एटली जिहड़ा सी बंदा उन्हां दा प्रधान, उन्होंने अपना डिप्टी सीएम ले लिया सी। बिल्कुल उस तरह इउं लग रहा सी जिवें वो ये कहना चाहते ने कि मैं सुखबीर बादल नूं डिप्टी सीएम लेना। पर जे सुखबीर बादल इत्थे विरोधी धिर दा नेता हुंदा तां लैंदे ना,
ਹੁਣ ਤਾਂ ਹਰਪਾਲ ਚੀਮਾ ਹੈ, ਲੇਕਿਨ ਕੱਲ ਉਹਨਾਂ ਨੇ ਇਹ ਐਗਜ਼ਾਮਪਲ ਦੇ ਕੇ ਇਹ ਸ਼ੋਅ ਕਰਨ ਦੀ ਗੱਲ ਕੀਤੀ ਕੈਪਟਨ ਸਾਹਿਬ ਨੇ ਕਿ ਆਪਾਂ ਇਕੱਠੇ ਹੋ ਕੇ ਲੜੀਏ। ਤੇ ਨਾਲ ਉਹਨਾਂ ਨੇ ਜਿਹੜੀਆਂ ਹੋਰ ਗੱਲਾਂ ਕੀਤੀਆਂ ਉਹ ਜ਼ਰੂਰ ਮੈਂ ਸਮਝਦਾ ਉਹਦਾ ਜ਼ਿਕਰ ਕਰਨਾ ਬਣਦਾ। ਉਹਨਾਂ ਨੇ ਕਿਹਾ ਦੇਖੋ ਗੱਲ ਇਹ ਹੈ, ਇਹ ਜਿਹੜੀ ਸਰਕਾਰ ਹੈ ਇਹਨੇ ਸਾਨੂੰ ਪੈਸਾ ਤਾਂ ਦਿੱਤਾ ਨਹੀਂ ਤੇ ਅਸੀਂ ਲੜ ਰਹੇ ਹਾਂ ਇਕੱਲੇ ਨੰਗੇ ਧੜ। ਤੇ ਉਹਨਾਂ ਨੇ ਕਿਹਾ ਕਿ 3525 ਬੰਦੇ ਤਾਂ ਆ ਗਏ ਸ਼ਰਧਾਲੂ ਹਜੂਰ ਸਾਹਿਬ ਤੋਂ, ਫਿਰ 3000 ਬੰਦੇ ਰਾਜਸਥਾਨ ਤੋਂ ਸਾਡੇ ਮਜ਼ਦੂਰ ਨੇ, ਪੰਜਾਬੀ ਮਜ਼ਦੂਰ ਨੇ, 153 ਬੰਦੇ ਆਏ ਕੋਟਾ ਤੋਂ। ਤੇ ਕਹਿੰਦੇ ਇਸ ਕਰਕੇ ਉਹ ਜਿਹੜੇ ਪੰਜਾਬ ਦੀ ਸਥਿਤੀ ਤਾਂ ਥੋੜੀ ਜਿਹੀ ਹੋਈ ਹੈ ਖਰਾਬ, ਪਰ ਜਿਹੜੇ ਵੀ ਬੰਦੇ ਆਉਂਦੇ ਨੇ ਉਹਨਾਂ ਨੂੰ ਇਕਾਂਤ ਵਾਸਤੇ ਤਾਂ ਰਹਿਣਾ ਪਏਗਾ, ਇਹ ਉਹਨਾਂ ਨੇ ਕਿਹਾ। ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਭਾਈ ਸਾਰੇ ਆ ਜਾਓ, ਇਕਾਂਤ ਵਾਸਤੇ ਲਈ ਤਿਆਰ ਰਹੋ। ਤੇ ਤੁਸੀਂ ਅਗਲੀ ਗੱਲ ਉਹਨਾਂ ਨੇ ਕਹੀ ਹੈ ਕਿ ਮੈਂ ਸਾਰੇ ਡੀਸੀਆਂ ਨੂੰ ਕਹਿਤਾ, ਜਿਹੜਾ ਭੰਪਲ ਭੂਸਾ ਪਿਆ ਸੀ ਨਾ ਕੱਲ ਵੀ ਕਦੋਂ ਖੁੱਲਣਾ ਕਿਵੇਂ ਨਹੀਂ ਖੁੱਲਣਾ, ਉਹ ਕਹਿੰਦੇ ਡੀਸੀਜ਼ ਰੋਟੇਸ਼ਨ ਬਣਾਉਣਗੇ। ਵੈਸੇ ਬਣਾ ਵੀ ਦਿੱਤੀ ਹੈ ਕਈ ਥਾਵਾਂ ਤੇ, A-B 2 ਥਾਵਾਂ ਤੇ ਜੋ 2 ਗਰੁੱਪ ਬਣਾ ਦਿੱਤੇ ਗਏ ਨੇ, ਕਿਹੜੇ ਗਰੁੱਪ 'ਚ ਕਿਹੜੀਆਂ ਦੁਕਾਨਾਂ ਨੇ ਤੇ ਕਿਹੜੇ ਗਰੁੱਪ ਨੇ ਕਦੋਂ ਖੋਲਣਾ, ਕਿਹੜੇ ਦਿਨ ਕਿਹੜੀ ਦੁਕਾਨ ਖੋਲਣੀ ਹੈ, ਇਹ ਡੀਸੀਜ਼ ਨੇ ਦੇਖਣਾ। ਇਹ ਕੈਪਟਨ ਸਾਹਿਬ ਨੇ ਜਦੋਂ ਕੱਲ ਇਹ ਗੱਲ ਕਹੀ ਤੇ ਨਾਲ ਉਹਨਾਂ ਨੇ ਫਿਰ ਇਹ ਵੀ ਕਿਹਾ ਕਿ ਉਹੀ ਕਿ ਜੇ ਅਸੀਂ ਮੈਂ ਵੀ ਕਹਿੰਦੇ ਹੱਥ ਧੋਣਾ, ਮੈਂ ਵੀ ਸਮਾਜਿਕ ਦੂਰੀ ਰੱਖਦਾ ਤੇ ਮੈਂ ਵੀ ਮਾਸਕ ਪਾਉਣਾ, ਉਹ ਸਾਰੀਆਂ ਗੱਲਾਂ ਜਿਹੜੀਆਂ ਸਰਕਾਰ ਨੂੰ ਕਰਨੀਆਂ ਚਾਹੀਦੀਆਂ ਨੇ ਉਹ ਕੈਪਟਨ ਅਮਰਿੰਦਰ ਸਿੰਘ ਨੇ ਕੱਲ ਕੀਤੀਆਂ। ਪਰ ਨਾਲ ਉਹਨਾਂ ਨੇ ਕਿਹਾ ਕਿ ਜਿਹੜੇ ਲੋਕ ਚੋਰੀ ਛੁਪੇ ਆ ਜਾਂਦੇ ਨੇ ਨਾ, ਉਹ ਬੜਾ ਨੁਕਸਾਨ ਕਰਦੇ ਨੇ। ਬਿਲਕੁਲ ਕੈਪਟਨ ਸਾਹਿਬ ਠੀਕ ਕਰ ਰਹੇ ਹੋ। ਬਹੁਤ ਸਾਰੇ ਬੰਦੇ ਆ ਜਿਨ੍ਹਾਂ ਦੀ ਹੁਣ ਆਪਾਂ ਗੱਲ ਕਰਦੇ ਆ ਨਾ, ਸਰਕਾਰੀ ਬੱਸਾਂ ਵਾਲੇ ਹੁਣ 3 ਡਰਾਈਵਰ ਵੀ ਹੋ ਗਏ। ਉਹ ਪਤਾ ਲੱਗਿਆ ਜਿਹੜੇ ਡਰਾਈਵਰ ਪੋਜ਼ਿਟਿਵ ਹੋਏ ਨੇ ਉਹ 80 ਡਰਾਈਵਰਾਂ ਚੋਂ ਨਹੀਂ, ਉਹ ਡਰਾਈਵਰ ਨੇ ਜਿਹੜੇ ਪ੍ਰਾਈਵੇਟ ਬੱਸਾਂ ਦੇ ਨੇ। ਬਹੁਤ ਸਾਰੇ ਟੈਂਪੋ ਟਰੈਵਲ ਕਰਕੇ ਆ ਗਏ, ਬਹੁਤ ਸਾਰੇ ਨਿੱਜੀ ਕਾਰਾਂ ਲੈ ਕੇ ਆ ਗਏ। ਇਹ ਸਾਰਾ ਕੁਝ ਹੋਇਆ ਹੈ। ਕਈ ਗਲਤ ਥਾਂ ਤੇ ਕੋਈ ਬਾਰਡਰਾਂ ਤੇ ਆ ਜਾਂਦੇ ਨੇ, ਪਤਾ ਨਹੀਂ ਲੱਗਦਾ ਬਾਰਡਰ ਤੋਂ ਉੱਥੇ ਬੱਸ ਰੁਕੀ ਖੇਤਾਂ ਵਿੱਚ ਦੀ ਆ ਜਾਂਦੇ ਨੇ ਜਿਵੇਂ ਸਾਡੇ ਬੰਦੇ ਜਾ ਰਹੇ ਨੇ। तो बहुत कुछ ऐसा चल रहा है जो नहीं होना चाहिए। कल कैप्टन साहब ने जी गल दोनों पासे की वो चंगी की और उन्होंने जोड़ा है डीसीआं नूं जिहड़े ये आदेश दिते ने ताकि भंबल भुस्सा खत्म होवे, उन्हां वल जरूर होर ध्यान देण दी लोड़ है। कैप्टन साहब हाले लोकां नूं यही नहीं पता भी कदों ते किहड़ियां दुकानां कदों खुल्लियां ने। अज तुसीं जदों ठेकिਆਂ बारे ऐलान करोगे नाल तुसीं ये भी कर देना है। ये गल जरूर आपां समझ लईए। लेकिन एक गल मैनूं समझ नहीं आई तां मैं तुहाडे दुबारा इहदा जिक्र कर रहा, वो ये है कि सरकार केंद्र सरकार कहती 6 स्पैशल ट्रेनां चल रही ने। हुण एक ट्रेन कल चली 1200 बंदे लैके वो जिहड़ी है लिंगमपुली है हैदराबाद का स्टेशन, उथों हटिया झारखंड तक गई। भाई उहदे च खाना दिता गया ते साडे जदों बंदे उथों 80 बसां भेजियां, ड्राइवर साडे पॉजिटिव हो रहे हैं, उदों सरकार ने क्यों नहीं? क्योंकि कैप्टन साहब ने तो उदों भी कहा सी। इत्थे आके थोड़ा जिहा सोचण लई मजबूर होना पैंदा। इस तरह नासिक तो लखनऊ और अलवा तो चलना भुवनेश्वर, नासिक तो भोपाल, जयपुर तो हटिया, ये सारियां उन्होंने ऐलान करता। तो मैं देख रहा सी कोई अंमृतसर तक कोई जलंधर तक किते ना किते तो चलनी चाहिए सी। हाले तो बहुत बंदे फसे हुए ने साडे जिहड़े इधर उधर जाने वाले, उधरों इधर आने वाले। किसी ने इधरों कलकत्ते जाना है, कलकत्ते वाले ने इधर आना है, ये भी तो बाबे वाले बहुत फसे हुए ने। तो किते ना किते इधर भी सोचना चाहिए। लेकिन अशार ये भी नजर आते हैं जो ट्रेनां चलन लगियां ने, लॉकडाउन बढ़ाता तो किते ना किते जिहड़ा ये इशारे किस पासे नूं जा रहे ने, ये भी देखने की गल है कि जिहड़ियां ट्रेनां चला के मजदूरां नूं भेजिया जा रहा है तो ये लॉकडाउन की स्थिति बढ़ेगी। नहीं तो फिर ये सी जे खुलना हुंदा तो मजदूरां नूं ये कहना चाहिए सी इंडस्ट्री चल पई भी तुसीं उत्थे रहो काम करो। जे हुण असीं इहनूं भेजांगे फिर आउणगे कदों? तो हुण तां तुसीं भेज दोगे फिर आपदे खर्चे ते किवें आउणगे? तो कई संकेत निकलदे ने जिन्हां दा आपां नूं ख्याल रखना चाहिए। यही कारण है शायद कांग्रेस ने भी ਇਹਦੀ आलोचना की है भी ये काम जे यही करना सी ते पहला कर लेना चाहिए सी। साडे पंजाब दे विच एक जिहड़े राणा गुरमीत सिंह सोढी ने उन्हां दे कोल एक महकमा जिहड़ा है खेडां दे नाल NRI दा प्रवासी मामलिਆਂ दा जिहड़े NRIs फसे हुए ने इधर चाहे उधर, चाहे साडे इंटरनेशनल विद्यार्थी ने, बड़ा कुछ बहुत सारे कंट्री फसे हुए ने। तो सोढी साहब ने कल फिर
ਇਹਨਾਂ ਲਈ ਕੁਝ ਕੋਆਰਡੀਨੇਟਰ, ਆਨਰੇਰੀ ਕੋਆਰਡੀਨੇਟਰ ਬਣਾਤੇ, ਜਿਨ੍ਹਾਂ ਦੀ ਡਿਊਟੀ ਇਹ ਹੈ ਕਿ ਤੁਸੀਂ ਉਹਨਾਂ ਨਾਲ ਗੱਲ ਕਰ ਲਈ ਹੈ, ਉਹਨਾਂ ਨੇ ਅੱਗੇ ਜਾ ਕੇ ਜਿਹੜੀ ਹੈ ਅੰਬੈਸਡਰਸ ਨਾਲ ਗੱਲ ਕਰ ਲਈ ਹੈ, ਸਫਾਰਤਖਾਨੇ ਨਾਲ ਗੱਲ ਕਰ ਲਈ ਹੈ, ਜਿੱਥੇ ਵੀ ਅੰਬੈਸੀਜ਼ ਨੇ ਇੰਡੀਆ ਦੀਆਂ। तो जे आप देखिए भी कितने बनाए, किन्ने क बनाए, बड़ी गिनती च बनाए ने, हर बड़े शहर च, हर कंट्री के बड़े शहर च बनाते ने। जिवें उन्होंने मनजीत सिंह निज्जर नू यूके च बनाता, अवतार सिंह चिमना नू लंडन दे विच ओह भी यूके च बनाता, हरसिमरन आलूवालिया जिहड़ा NRA कोआर्डीनेटर होगा आस्ट्रेलिया दे विच, ते डॉक्टर जेसन बोरा ये भी यूके मिडलैंड च होगा, और सरबजीत सिंह कैलीफोर्निया USA दे कोआर्डीनेटर होंगे, राजवीर सिंह नू बनाया है ये भी USA दे होंगे रंधावा साहब, ते राजन सिद्धू ये न्यूयॉर्क ये भी USA दे ने, पाल सिंह डडोना ये भी USA दे, मीना टेसी संघेड़ा ये USA च ज्यादा ने, ते दविंदर गर्चा पिछे जो आए भी सी उदों भी असी गलबात की सी उन्हां नाल, वो कनेडा तो बनाए ने, सुखविंदर खैरा ये भी कनेडा तो ने, और नक्षत्र सिंह कूनर ये भी कनेडा तो ने। कनेडा तो USA दे विच ज्यादा इस करके बनाया कि उत्थे अलग अलग शहरों च गिनती ज्यादा है। तो इसे तरीके नाल अरविंदर खोसा भी कनेडा तो ने, ते गुरविंदर पुरेवाल नू बनाया गया है स्पेन तो कोआर्डीनेटर है NRA दा। पवनीश सभरवाल दुबई दे विच ने, दुबई च भी काफी पंजाबी साडे हैगे ने। इसे तरीके नाल जिहड़ा है सुरिंदर राणा जिहड़े ने हॉलैंड च ने, और प्रमोद नू बनाया गया है जर्मनी दे विच। ये जिहड़े कोआर्डीनेटर ने इन्हां दे बकायदा नंबर जारी किए गए ने, और इहदे विच ये भी कहा गया है कि तुसी इन्हां नाल गल करो, ये अगे गल करनगे जिहड़े तुहाडे जिहड़े अंबैसीज ने जिन्हां ने अगे जाके गल करनी है। मतलब सरकार थोड़ा जिहा NRI दे मामले च गंभीर होई लगदी है। प्रैक्टिकली किन्ना करदे ने ये पता लगूगा जदों कार्रवाई होएगी। ਆਪਾਂ जल्दी जल्दी निगाह मार लीए, क्योंकि बहुत सारे दर्शक साडे अडीकदे रहिंदे ने कि सानू पिंडां दे दर्शक नैट ते नहीं जा सकदे, उन्हां ने तां उन्हां कोल इन्फॉर्मेशन दा यही साधन है जिहड़ा मैं तुहानू दसदा। ते उन्हां लई मैं दसदा कि 34 लाख तो वध लोग अज सवेरे 8 बजे तक कोरोना दे पीड़ित सी, कोरोना दे मरीज सी। 2,39,000 मतलब 2,39,000 जिहड़ी 2.5 लाख ਵੱਲ ਨੂੰ ਵੱਧ रही है गिनती मौतां दी, ते 10,81,000 ये लोग जिहड़े ठीक होए ने। ठीक होने वालियां दी परसेंटेज 82% है, मरन वाले 18% ने, ते जिहड़े गंभीर ने 2% ने, 51,000 दे करीब। ते सब तो ज्यादा मरन वाले अमरीका च ने, 65,000 तो टप गई उन्हां दी गिनती। स्पेन च 24,000, और इटली ज्यादा है 28,000 तो उत्ते ने। यूके च भी 27,000, फ्रांस दे विच 24,000, जर्मनी दे विच 6,000। अज मैं एक होर तुहानू दस रहा है, वो है रशिया। रशिया दे विच 1,14,431 बड़ी गिनती होगी को दम, और 1,169 उत्थे जिहड़े मौतां भी हुई ने। इत्थे तक कि पॉजिटिव रूस दे प्रधानमंत्री भी पॉजिटिव हो गए, और मोदी साहब ने ना सिर्फ ये किया है हाल चाल पूछे, भी किया कि असीं तुहाडे नाल आ, असीं तुहाडा साथ देवांगे। सो पुराना साथी है इंडिया का, चंगी गल है। मोदी साहब ने बड़े मौके ते गल की। चीन उत्थे खड़ा है 4,633 ते जे आपां पाकिस्तान की गल करिए उत्थे गिनती वध रही है, 18,000 तो उत्ते होगी। पर लोग ये कहते ने इमरान खान बिल्कुल सही रिपोर्ट नहीं दे रहा। मौतां 417 ने, रमजान का महीना है, मस्जिदां खुलियां ने, किसी किस्म की कोई पाबंदी नहीं, फिर भी इन्नियां घट मौतां। ਇਹਦਾ मतलब यह है कि सच हो सकती है गल छुपाउण वाली। अब मैं हुणी गल दस्सिया भी दुबई दे विच भी एक NRI ड्यूटी लाई है कोआर्डीनेटर के तौर पर, 111 मौतां हो चुकियां ने। जे बचा होया साडा गवांढी सिर्फ नेपाल आ, उत्थे सिर्फ 59 केस आए ने। ते जे इंडिया की गल करिए उत्थे 37,250 मरीज ने हुण टोटल, और 1,223 मौतां ने, ते 10,000 ठीक भी होए ने।
ਇਹ ਸਾਡੇ ਦੇਸ਼ ਦਾ ਹਾਲ ਹੈ। ਔਰ ਸਾਡੇ ਦੇਸ਼ ਦਾ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਮਹਾਰਾਸ਼ਟਰ ਹੀ ਸਭ ਤੋਂ ਹੋ ਗਿਆ 11,000 ਤੋਂ ਵੱਧ ਕੇਸ ਕੱਲੇ ਮਹਾਰਾਸ਼ਟਰ ਚ ਨੇ, 459 ਮੌਤਾਂ ਨੇ। ਗੁਜਰਾਤ ਦੇ ਵਿੱਚ ਵੀ 5,000 ਵੱਲ ਨੂੰ ਵੱਧ ਰਿਹਾ, 219 ਮੌਤਾਂ ਨੇ। ਦਿੱਲੀ 4,000 ਵੱਲ ਨੂੰ ਵੱਧ ਰਹੀ ਹੈ, 59 ਮੌਤਾਂ ਨੇ। ਰਾਜਸਥਾਨ 2,500 ਦੇ ਵਿੱਚ 58 ਮੌਤਾਂ। ਹਰਿਆਣਾ ਚ 369 ਕੇਸ ਨੇ। JNK 639 ਕੇਸ ਨੇ। MP ਚ 2,500 ਤੋਂ ਵੱਧ ਕੇਸ ਨੇ, 137 ਮੌਤਾਂ ਨੇ। ਮਤਲਬ ਕਿ ਇੰਡੀਆ ਦਾ ਹਾਲ ਇੱਥੋਂ ਅੰਦਾਜ਼ਾ ਲੱਗ ਜੂ ਤੁਹਾਨੂੰ ਕਿ ਇੰਡੀਆ ਦਾ ਕੀ ਹਾਲ ਹੈ। ਤੇ ਇੱਕ ਖਬਰ ਮੈਂ ਹੋਰ ਤੁਹਾਨੂੰ ਜਲਦੀ ਦੱਸਦਾ, ਕਿਉਂਕਿ ਮੇਰੇ ਨਾਲ ਸੰਬੰਧਿਤ ਹੈ, ਸਾਡੇ ਨਾਲ ਸੰਬੰਧਿਤ ਹੈ। ਅਸੀਂ ਜਦੋਂ ਮੈਂ ਮੇਰੇ ਨਾਲ ਕਹਿਣਾ ਕਿ ਅਸੀਂ ਪੱਤਰਕਾਰ ਹਾਂ, ਤੇ ਪੱਤਰਕਾਰੀ, ਪਹਿਲਾਂ ਮੈਂ ਪੱਤਰਕਾਰੀ ਦਾ ਪ੍ਰੋਫੈਸਰ ਸੀ, ਹੁਣ ਤਾਂ ਮੈਂ ਪੱਤਰਕਾਰ ਹਾਂ ਨਾ, ਤੇ ਸਾਡੇ ਨਾਲ ਸੰਬੰਧਿਤ ਹੈ ਅਖਬਾਰਾਂ ਵਾਲਿਆਂ ਨਾਲ, ਮੀਡੀਆ ਵਾਲਿਆਂ ਨਾਲ। ਤੇ ਮੀਡੀਆ ਦੀ ਗੱਲ ਜਿਹੜੇ ਟੀਵੀ ਦੀ ਅਸੀਂ ਬਾਅਦ ਚ ਕਰਾਂਗੇ, ਲੇਕਿਨ ਅਖਬਾਰਾਂ ਦਾ ਹਾਲ ਬਹੁਤ ਬੁਰਾ ਹੈ। ਔਰ ਇੰਡੀਅਨ ਨਿਊਜ਼ਪੇਪਰ ਸੁਸਾਇਟੀ ਜਿਹੜੀ ਹੈ ਹਿੰਦੁਸਤਾਨ ਦੀ, ਉਹਨੇ ਸਰਕਾਰ ਨੂੰ ਕਹਿਤਾ ਕਿ ਪਹਿਲਾਂ ਤਾਂ 4,000 ਕਰੋੜ ਤਾਂ ਅਸੀਂ ਔਖੇ ਸਖਾਲੇ ਘਾਟਾ ਸਹਿ ਲਿਆ, ਤੇ ਜੇ ਆ ਲੋਕਡਾਊਨ ਜਿਹੜਾ ਹੁਣ ਕੀਤਾ ਇਹਦੇ ਚ 15,000 ਕਰੋੜ ਦਾ ਘਾਟਾ ਪੈਣਾ ਹੈ। ਨਿਊਜ਼ਪੇਪਰ ਇੰਡਸਟਰੀ ਕਿੱਥੋਂ ਖੜੀ ਹੋ ਜਾਊਗੀ? ਨਿਊਜ਼ਪੇਪਰ ਇੰਡਸਟਰੀ ਖਰਚੇ ਕਿੰਨੇ ਨੇ? ਮੈਂ ਤੁਹਾਨੂੰ ਦੱਸਾਂ, ਦੋ ਕਿਸਮ ਦੀ ਇਨਕਮ ਹੁੰਦੀ ਹੈ ਅਖਬਾਰਾਂ ਨੂੰ। ਇੱਕ ਹੁੰਦੀ ਹੈ ਵਿਕਰੀ ਤੋਂ, ਬੜੀ ਘੱਟ ਹੁੰਦੀ ਹੈ। ਜਿਹੜਾ ਅਖਬਾਰ ਤੁਸੀਂ 5 ਰੁਪਏ ਦਾ ਜੇ ਸਪੋਜ਼ ਲੈਂਦੇ ਹੋ, ਜੇ ਉਹਦੀ ਅਸਲ ਕੀਮਤ ਕੱਢੀਏ ਤਾਂ 40-50,000 ਦੀ 50 ਰੁਪਏ ਦੀ ਪੈਂਦੀ ਹੈ। ਤੇ ਜੇ 5 ਰੁਪਏ ਦਾ ਲੈਣੇ ਉਹ ਐਡ ਕਰਕੇ ਲੈਣੇ ਆ। 17 ਦੀ ਜਿਹੜੇ ਇਸ਼ਤਿਹਾਰ ਹੁੰਦੇ ਨੇ, ਮਸ਼ਹੂਰੀਆਂ ਹੁੰਦੀਆਂ ਨੇ, ਐਡਵਰਟਾਈਜ਼ਮੈਂਟ ਹੁੰਦੀਆਂ ਨੇ, ਉਹਨੇ ਬਚਾਉਣਾ ਹੁੰਦਾ ਅਖਬਾਰਾਂ ਨੂੰ। ਨਾ ਤਾਂ ਹੁਣ ਐਡ ਮਿਲ ਰਹੀ ਹੈ, ਨਾ ਹੀ ਅਖਬਾਰ ਦੀ ਵਿਕਰੀ ਹੋ ਰਹੀ ਹੈ, ਤੇ ਅਖਬਾਰ ਬਚਣਗੇ ਕਿਵੇਂ? ਤੇ ਜੇ ਅਖਬਾਰ ਨਾ ਬਚੇ ਤਾਂ ਤੁਹਾਡੇ ਕੋਲ ਆ ਜਿਹੜੇ ਖਬਰਾਂ ਆ ਰਹੀਆਂ ਨੇ ਕਿਵੇਂ ਆਉਣਗੀਆਂ? ਇਹ ਆਪਾਂ ਨੂੰ ਹੁਣ ਸੋਚ ਲੈਣਾ ਚਾਹੀਦਾ। ਬੜਾ ਔਖਾ ਹੋ ਜਾਊਗਾ ਕੰਮ। ਸਰਕਾਰਾਂ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ, ਧਿਆਨ ਦੇਣ ਦੀ ਤਾਂ ਲੋੜ ਹੈ। ਇੱਕ ਹੋਰ ਖਬਰ ਵੀ ਤੁਹਾਨੂੰ ਦੱਸਦਾ, ਹਾਲਾਂਕਿ ਮੈਂ ਕੁਝ ਵੱਡੀਆਂ ਖਬਰਾਂ ਦੱਸਣੀਆਂ ਨੇ, ਪਰ ਇਹ ਵੀ ਦੱਸ ਦਈਏ ਕਿ ਕੱਲ ਸੁਧਾਰ ਦੇ ਨੇੜੇ, ਗੁਰੂਸਰ ਸੁਧਾਰ ਦੇ ਨੇੜੇ ਪਿੰਡ ਰਾਜੋਆਣਾ ਦੇ ਵਿੱਚ ਇੱਕ ਬੰਦੇ ਨੇ ਫਾਹਾ ਲਿਆ। ਤੇ ਹੈਰਾਨੀ ਦੀ ਗੱਲ ਹੈ, ਜਦੋਂ ਇਹ ਪਤਾ ਲੱਗਿਆ ਫਾਹਾ ਉਹਨੇ ਕਿਉਂ ਲਿਆ, ਕਿ ਉਹਨੂੰ ਨਸ਼ਾ ਨਹੀਂ ਮਿਲ ਰਿਹਾ ਸੀ। ਉਹ ਭਾਈ ਪੰਜਾਬ ਦੇ ਵਿੱਚ ਆਹੀ ਕੁਝ ਹੋ ਰਿਹਾ ਹੈ। ਜਾਂ ਤਾਂ ਜੇ ਨਸ਼ਾ ਮਿਲ ਜਾਂਦਾ ਹੈ, ਓਵਰਡੋਜ਼ ਨਾਲ ਬੰਦਾ ਮਰ ਜਾਂਦਾ, ਜਾਂ ਜਿਹਨੂੰ ਨਸ਼ਾ ਨਹੀਂ ਮਿਲਦਾ। ਅਮਲੀਆਂ ਦੀ ਹਾਲਤ ਬਹੁਤ ਬੁਰੀ ਹੈ ਪੰਜਾਬ 'ਚ। ਕੈਪਟਨ ਸਾਹਿਬ ਜਿਹੜੇ ਚਿੱਟਾ ਲੈਂਦੇ ਸੀ, ਉਹ ਤਾਂ ਜਿਹੜੇ ਉਹ ਸੈਂਟਰਾਂ 'ਚ ਚਲੇ ਗਏ, ਤੇ ਜਿਹਨਾਂ ਨੂੰ ਆਦਤ ਪਈ ਸੀ ਪਿਛਲੇ 25-30 ਸਾਲ ਤੋਂ, ਉਹਨਾਂ ਦਾ ਹਾਲ ਬਹੁਤ ਬੁਰਾ ਹੈ। ਉਹ ਹੁਣ ਫਾਹਾ ਲੈ ਰਹੇ ਨੇ। ਇਹਨੂੰ ਹੋਰ ਐਂਗਲ ਤੋਂ ਸੋਚਣ ਦੀ ਲੋੜ ਹੈ। ਮੈਂ ਇਹ ਨਹੀਂ ਕਹਿੰਦਾ, ਮੈਂ ਡਾਕਟਰ ਧਰਮਵੀਰ ਗਾਂਧੀ ਨਾਲ ਅਦਰਵਾਈਜ਼ ਸਹਿਮਤ ਸੀ ਕਿ ਨਸ਼ਾ ਜੇ ਪੰਜਾਬ ਨੂੰ ਚਿੱਟੇ ਤੋਂ ਬਚਾਉਣਾ ਤਾਂ ਇਹ ਨਸ਼ਾ, ਤੇ ਪਰ ਆ ਜਿਹੜਾ ਕੁਝ ਹੋਣਾ ਸ਼ੁਰੂ ਹੋਇਆ ਹੈ, ਇਹ ਕਈ ਕਿਸਮ ਦੇ ਸੰਕੇਤ ਜਿਹੜਾ ਕਰ ਰਿਹਾ ਹੈ। ਤੇ ਸੰਕੇਤ ਤਾਂ ਕੈਪਟਨ ਸਾਹਿਬ ਹੋਰ ਵੀ ਬੜੇ ਆ ਰਹੇ ਨੇ। ਉਹ ਤੁਹਾਡੇ ਮਿਨਿਸਟਰੀ ਤੋਂ ਆ ਰਹੇ ਨੇ, ਤੁਹਾਡੇ MLA ਤੋਂ ਆ ਰਹੇ ਨੇ। ਥੋੜਾ ਕਹਿਣਾ ਨਹੀਂ ਮੰਨਦੇ। ਦੱਸੋ, ਜੇ ਕਹਿਣਾ ਮੰਨਦੇ ਹੁੰਦੇ ਤਾਂ ਤੁਸੀਂ ਤਾਂ ਇਹ ਬੇਨਤੀ ਕੀਤੀ ਸੀ ਵੀ ਥੋੜੀ ਮਦਦ ਕਰੋ ਮੁੱਖ ਮੰਤਰੀ ਫੰਡ ਦੇ ਵਿੱਚ। ਕੀ ਆਇਆ ਹੁਣ ਤੱਕ? ਤੁਸੀਂ 1 ਲੱਖ ਰੁਪਏ ਦਿੱਤਾ ਔਰ ਤੁਹਾਡੇ ਮੰਤਰੀ ਮੰਡਲ ਨੇ ਆਪਦੀਆਂ ਦੇ ਬੇਸਿਕ ਤਨਖਾਹ ਦੇਤੀਆਂ। ਚਲੋ ਮੰਨ ਲਓ 17 ਬਦੇ 17 ਲੱਖ, ਹਾਲਾਂਕਿ 17 ਨਹੀਂ 16 ਨੇ। 16 ਇੰਨਾ ਦਿੱਤਾ ਨਹੀਂ ਉਹਨਾਂ ਨੇ 50,000 ਦਿੱਤਾ, 8 ਲੱਖ ਆਇਆ। ਤੇ ਮਤਲਬ ਬੇਸਿਕ ਦਿੱਤੀ ਹੈ ਨਾ। ਮੈਂ 3 ਬੰਦਿਆਂ ਦਾ ਜ਼ਿਕਰ ਜ਼ਰੂਰ ਕਰ ਸਕਦਾ ਕਿ ਜਿਨ੍ਹਾਂ ਨੇ ਥੋੜਾ ਜਿਹਾ ਹੌਸਲਾ ਦਿਖਾਇਆ। ਇੱਕ ਤਾਂ ਮਾਨਸਾ ਤੋਂ MLA ਹੈ ਨਾਜਰ ਸਿੰਘ ਮਾਨਸ਼ਾਹੀਆ, ਇੱਕ ਹੈ ਕੁਲਵੀਰ ਸਿੰਘ ਜੀਰਾ, ਇੱਕ ਹੈ ਜਿਹੜਾ ਰਮਿੰਦਰ ਸਿੰਘ ਆਵਲਾ। ਇਹਨੇ ਪਹਿਲੇ ਕਹਿਤਾ ਸੀ ਵੀ 2 ਸਾਲ ਦੀ ਮੇਰੀ ਤਨਖਾਹ ਗਈ। ਇਹਨਾਂ ਨੇ ਵੀ ਲਿਖ ਕੇ ਦਿੱਤਾ ਦੋਨੇ ਉੱਤੇ, ਮਾਨਸ਼ਾਹੀਆ ਸਾਹਿਬ ਨੇ ਤੇ ਜੀਰਾ ਨੇ, ਕਿ ਭਾਈ ਅਸੀਂ ਵੀ ਤਨਖਾਹ ਜਿਹੜੀ ਆਪਦੀ ਤੁਹਾਨੂੰ ਸਾਲ ਦੀ ਲਿਖ ਕੇ ਦੇਤਾ। ਉਹ ਬਾਕੀ ਕਿਉਂ ਨਹੀਂ ਦੇ ਰਹੇ? ਤੁਹਾਡੇ IAS ਅਫਸਰ, ਤੁਹਾਡੇ ਇਹਦਾ ਮਤਲਬ ਜਿਹੜਾ ਉਤਲੀ ਇਨਕਮ ਹੈ, ਇੰਨਾ ਪੈਸਾ ਇਹਨਾਂ ਕੋਲ। ਮੈਨੂੰ ਤਾਂ ਹੈਰਾਨੀ ਹੁੰਦੀ ਹੈ ਵੀ ਜਿਹੜਾ ਬੰਦਾ ਸਾਡੇ ਨਾਲ ਸਕੂਟਰਾਂ ਸਾਈਕਲਾਂ ਤੇ ਤੁਰਦਾ ਫਿਰਦਾ ਸੀ, ਹੁਣ ਉਹਦੇ ਕੋਲ ਕਾਰਾਂ, ਉਹਦੇ ਕੋਲ ਵੱਡੇ ਸ਼ੋਰੂਮ, ਉਹਦੇ ਕੋਲ ਜ਼ਮੀਨਾਂ, ਉਹਦੇ ਕੋਲ, ਇਹ ਕਿੱਥੋਂ ਆ ਗਿਆ? ਇਹ ਤੁਸੀਂ ਪੁੱਛੋ, ਇਹ ਲੋਕਾਂ ਨੇ ਪੁੱਛਣਾ। ਤੇ ਜੇ ਉਹ ਆ ਹੀ ਗਿਆ, ਮਾੜਾ ਮੋਟਾ ਤੁਸੀਂ ਜੇ ਲੋਕਾਂ ਨੂੰ ਦੇ ਦੋਗੇ, ਮਦਦ ਕਰ ਦੋਗੇ, ਤਾਂ ਕੋਈ ਇਹਦਾ ਹੈਰਾਨੀ ਵਾਲੀ ਗੱਲ ਹੋਊਗੀ। ਆਮ ਆਦਮੀ ਪਾਰਟੀ ਦੇ 2-4 MLA ਨੂੰ ਛੱਡ ਕੇ ਕੋਈ ਬੰਦਾ ਇਹ ਕਹਿ ਦੇ ਕਿ ਜਿਹੜਾ MLAs ਨੇ ਸਾਡੇ ਪੰਜਾਬ ਦੇ, ਉਹ ਗਰੀਬ ਨੇ, ਉਹ ਸਿਰਫ ਤਨਖਾਹ ਦੇ ਸਿਰ ਤੇ ਜਿਉਂਦੇ ਨੇ। ਇਹ ਕੋਈ ਕੈਨੇਡਾ ਨਹੀਂ ਹੈ ਜਾਂ ਕੁਛ ਨਹੀਂ। ਤਨਖਾਹ ਦਾ ਉਹਨਾਂ ਨੂੰ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ, ਬਹੁਤ ਦਾ ਪਤਾ ਵੀ ਨਹੀਂ ਹੋਣਾ।
ਤੇ ਇਸ ਕਰਕੇ ਕੈਪਟਨ ਸਾਹਿਬ ਇਸ ਪਾਸੇ ਮੈਨੂੰ ਅਫਸੋਸ ਹੋਇਆ ਜਦੋਂ ਤੁਹਾਡੇ ਬੰਦਿਆਂ ਨੇ ਇਹ ਕੀਤਾ। ਦੇਖੋ ਅੱਜ ਇੱਕ ਹੋਰ ਗੱਲ ਮੈਂ ਕਰਕੇ ਬ੍ਰੇਕ ਲੈਣੀ ਹੈ। ਇੱਕ ਗੱਲ ਇਹ ਬੜੀ ਸਪਸ਼ਟ ਹੈ ਕਿ ਅੱਜ ਸਾਡੇ ਬਿਪਿਨ ਰਾਵਤ ਸਾਹਿਬ ਜਿਹੜੇ ਪਹਿਲਾਂ ਆਰਮੀ ਚੀਫ ਸੀ ਅੱਜ ਕੱਲ CDS ਨੇ, ਉਹਨਾਂ ਨੇ ਅਜੀਤ ਡੋਵਾਲ ਨਾਲ ਗੱਲ ਕੀਤੀ। ਉਹ ਕਹਿੰਦੇ ਜਿਹੜੇ ਲੋਕ ਫਰੰਟ ਤੇ ਜਾ ਕੇ ਲੜ ਰਹੇ ਨੇ, ਜਿਹੜੇ ਅਗਲੀ ਕਤਾਰ ਦੇ ਯੋਧੇ ਨੇ, ਡਾਕਟਰ, ਪੈਰਾਮੈਡੀਕਲ ਵਾਲੇ, ਬਾਕੀ ਸਫਾਈ ਸੈਨੇਟਰੀ ਵਾਲੇ, ਇਹਨਾਂ ਨੂੰ ਅਸੀਂ ਉੱਤੋਂ ਸਲਾਮੀ ਦੇਵਾਂਗੇ। ਜਹਾਜ਼ਾਂ ਰਾਹੀਂ ਸਲਾਮੀ ਅੱਜ ਦਿੱਤੀ ਜਾਊਗੀ। ਜਹਾਜ਼ ਚੱਲਣਗੇ ਸ਼੍ਰੀਨਗਰ ਤੋਂ, ਤੇ ਫਿਰ ਉਦੋਂ ਬਾਅਦ ਅਸਾਮ ਤੋਂ, ਵਿੱਚ ਕੱਛ ਤੋਂ, ਗੁਜਰਾਤ, ਤੇ ਇਹ ਸਾਰੇ ਜਿਹੜੀ ਫਲਾਈਂਗ ਸਲੂਟ ਦੇਣਾ ਹੈ ਬਹੁਤ ਚੰਗੀ ਗੱਲ ਹੈ। ਉਹਨਾਂ ਦਾ ਹੌਸਲਾ ਵੱਧਦਾ, ਪਰ ਉਹਨਾਂ ਨੂੰ PP ਕਿੱਟਾਂ ਦੇ ਦਿਓ। ਉਹ ਜਿਹੜੀ ਦੇਵਕਾ ਮਹਿੰਦਰਾ ਹੈ ਉਹ ਪਈ ਅੰਮ੍ਰਿਤਸਰ ਦੇ ਵਿੱਚ ਰੋ ਰਹੀ ਸੀ। ਆਪ ਔਨ ਡਿਊਟੀ ਡਾਕਟਰ ਨੇ ਮੀਡੀਆ ਨੂੰ ਕਿਹਾ ਕਿ ਸਾਨੂੰ ਕੋਈ ਨਹੀਂ ਪੁੱਛਦਾ। ਭਾਈ ਉਹਨਾਂ ਨੂੰ ਵੀ ਪੁੱਛੋ, ਸਲਾਮੀਆਂ ਤਾਂ ਦੇਈ ਜਾਂਦੇ ਹੋ ਤੁਸੀਂ, ਉਹਨਾਂ ਨੂੰ ਕਿੱਟਾਂ ਦਿਓ। ਕਹਿੰਦੇ 300 ਕਾਗਜ਼ ਫੜਾ ਦਿੰਦੇ ਨੇ। ਇੱਕ ਡਾਕਟਰ ਕਹਿੰਦਾ ਜਾ ਕੇ ਅਸੀਂ ਫੋਟੋਕਾਪੀ ਵੀ ਫਾਰਮ ਆਪ ਕਰਾਈਏ। ਬਹੁਤ ਔਖਾ ਹੈ। ਸਾਡੇ ਬਿਜਲੀ ਕਰਮਚਾਰੀ ਵੀ ਸਾਨੂੰ ਬਿਜਲੀ ਪਹੁੰਚਾਉਂਦੇ ਨੇ, ਜੇ ਬਿਜਲੀ ਨਾ ਹੋ ਤੁਸੀਂ ਗੱਲ ਕਿਵੇਂ ਕਰਾਂਗੇ। ਸੋ ਇਹ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਤੁਹਾਡਾ ਕਰਨੀਆਂ ਸੀ। ਨਾਰਥ ਅਮਰੀਕਾ ਦੇ ਜਿਹੜੇ ਸਾਡੇ ਦਰਸ਼ਕ ਨੇ ਉਹ ਮੇਰੇ ਨਾਲ ਜੁੜੇ ਰਹਿਣਗੇ, ਤੇ ਜਿਹੜੇ ਇੰਡੀਆ ਦੇ ਦਰਸ਼ਕ ਨੇ ਉਹਨਾਂ ਤੋਂ ਲੈਣੇ ਇੱਕ ਬ੍ਰੇਕ, ਤੇ ਹੁਣ ਮਿਲਦੇ ਆ ਨਾਰਥ ਅਮਰੀਕਾ ਦੇ ਦਰਸ਼ਕਾਂ ਨੂੰ ਇਸ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਜਿਹੜੇ ਸਾਡੇ ਨਾਰਥ ਅਮਰੀਕਾ ਦੇ ਦਰਸ਼ਕ ਨੇ ਉਹਨਾਂ ਦਾ ਫਿਰ ਸਵਾਗਤ। ਪਿਆਰੇ ਦਰਸ਼ਕੋ, ਇੰਡੀਆ 'ਚ ਇੱਕ ਬੜਾ ਰੌਲਾ ਪਿਆ ਤੇ ਖਾਸ ਤੌਰ ਤੇ ਅਰਵਿੰਦ ਕੇਜਰੀਵਾਲ ਨੇ ਪਾਇਆ ਸੀ ਕਿ ਪਲਾਜ਼ਮਾ ਥੈਰੇਪੀ ਜਿਹੜੀ ਹੈ ਬਹੁਤ ਵਧੀਆ, ਪਲਾਜ਼ਮਾ ਥੈਰੇਪੀ ਨਾਲ ਅਸੀਂ ਕਰਾਂਗੇ। ਔਰ ਤਬਲੀਗੀਆਂ ਨੂੰ ਇਹ ਵੀ ਕਿਹਾ ਗਿਆ ਜਿਹੜੇ ਠੀਕ ਹੋ ਗਏ ਕਿ ਉਹ ਤੁਸੀਂ ਦਾਨ ਕਰੋ। ਪਲਾਜ਼ਮਾ ਤੁਹਾਨੂੰ ਅੱਗੇ ਵੀ ਦੱਸਿਆ ਸੀ ਹੁੰਦਾ ਜਿਵੇਂ ਖੂਨ ਦਾਨ ਕਰਨਾ ਹੁੰਦਾ ਹੈ, ਉਵੇਂ ਪਲਾਜ਼ਮਾ ਵੀ ਲਿਆ ਜਾਂਦਾ, ਲੇਕਿਨ ਉਹਨਾਂ ਦਾ ਲਿਆ ਜਾਂਦਾ ਜਿਹੜੇ ਠੀਕ ਹੋਏ ਹੁੰਦੇ ਨੇ। ਇਹਦਾ ਮਤਲਬ ਕਿ ਉਹਨਾਂ ਦੇ ਅੰਦਰ ਜਿਹੜਾ ਮਰੀਜ਼ ਇੱਕ ਵਾਰੀ ਹੋ ਜਾਂਦਾ, ਜਦੋਂ ਠੀਕ ਹੁੰਦਾ ਨਾ, ਉਹਦੇ ਅੰਦਰ ਜਿਹੜੇ ਐਂਟੀਬਾਡੀਜ਼ ਤਿਆਰ ਹੋ ਜਾਂਦੇ ਨੇ। ਇਹ ਲੜਾਈ ਕਰਨ ਵਾਲੀ ਫੌਜ ਤਿਆਰ ਹੋ ਜਾਂਦੀ ਹੈ ਜਿਹੜੀ ਕਰੋਨਾ ਨਾਲ ਲੜਦੀ ਹੈ। ਉਹ ਫੌਜ ਆਧਾਰੀ ਲੈਣੀ ਹੁੰਦੀ ਹੈ ਬਸ, ਜਿਹੜੇ ਸਿੰਪਲ ਸ਼ਬਦਾਂ 'ਚ। ਤੇ ਉਹ ਕੰਮ ਸ਼ੁਰੂ ਹੋਇਆ ਸੀ ਤੇ ਬੜਾ ਰੌਲਾ ਪਿਆ ਪਲਾਜ਼ਮਾ ਠੀਕ ਹੈ। ਹਾਲੇ ਤੱਕ ਵੀ ਕੱਲ ਵੀ ਜਿਹੜੇ ਨੇ ਅਰਵਿੰਦ ਕੇਜਰੀਵਾਲ ਕਹਿ ਰਿਹਾ ਸੀ ਵੀ ਐਕਸਪੈਰੀਮੈਂਟ ਚੱਲਦੇ ਨੇ, ਸਾਨੂੰ ਆਸ ਹੈ ਕਿ ਅਸੀਂ ਇਹਦੇ ਨਾਲ ਜਿੱਤ ਪ੍ਰਾਪਤ ਕਰ ਲਾਂਗੇ। 4 ਬੰਦੇ ਠੀਕ ਹੋ ਗਏ। ਲੇਕਿਨ ਅੱਜ ਮਾੜੀ ਖਬਰ ਹੈ ਕੇਜਰੀਵਾਲ ਲਈ ਵੀ ਜਿਹੜੇ ਇਹਦੇ ਹੱਕ 'ਚ ਨੇ ਤੇ ਅਦਰਵਾਈਜ਼ ਵੀ। ਮੁੰਬਈ ਦੇ ਵਿੱਚ ਜਿਹੜੀ ਪਹਿਲਾ ਪੇਸ਼ੈਂਟ ਸੀ ਪਲਾਜ਼ਮਾ ਦਾ, ਜਿਸ ਨੂੰ ਕਰੋਨਾ ਦਾ, ਉਹ ਪੇਸ਼ੈਂਟ ਜਿਹਨੂੰ ਪਲਾਜ਼ਮਾ ਥੈਰੇਪੀ ਵਰਤੀ ਗਈ ਸੀ, ਉਹਦੀ ਮੌਤ ਹੋ ਗਈ। ਇਹਦਾ ਮਤਲਬ ਐਂਟੀਬਾਡੀਜ਼ ਜਿਹੜੇ ਗਏ ਉਹਦਾ ਕੋਈ ਜ਼ਿਆਦਾ ਅਸਰ ਨਹੀਂ ਹੋਇਆ। ਘੱਟੋ ਘੱਟ ਇੱਕ ਹਾਲੇ ਇਹ ਜ਼ਰੂਰ ਹੋ ਸਕਦਾ ਕਿ ਉਹਦੀ ਜਾਂਚ ਕੀਤੀ ਜਾਵੇ ਵੀ ਕਿਉਂ ਮੌਤ ਹੋਈ, ਕਰੋਨਾ ਨਾਲ ਹੋਈ ਜਾਂ ਪਲਾਜ਼ਮਾ ਤੋਂ ਬਾਅਦ ਐਂਟੀਬਾਡੀਜ਼ ਦਾ ਕੋਈ ਅਸਰ ਹੋਇਆ ਜਾਂ ਨਹੀਂ। ਲੇਕਿਨ ਹਾਲ ਦੀ ਘੜੀ ਇਹ ਖਬਰ ਹੈ ਕਿ ਜਿਹੜੇ ਉੱਥੇ ਉਹਨਾਂ ਦੀ ਜਿਹੜੀ ਹੈ ਪਹਿਲੇ ਪੇਸ਼ੈਂਟ ਦੀ ਉਹਦੀ ਮੌਤ ਹੋ ਗਈ। ਮੌਤ ਤਾਂ ਇੱਕ CRPF ਦੇ ਇੰਸਪੈਕਟਰ ਦੀ ਵੀ ਦਿੱਲੀ 'ਚ ਹੋ ਗਈ। ਦਿੱਲੀ ਦੇ ਵਿੱਚ ਜਿਹੜੀ 31ਵੀਂ ਬਟਾਲੀਅਨ ਹੈ ਉਹ ਬਹੁਤ ਬੁਰੀ ਤਰੀਕੇ ਨਾਲ ਪੋਜ਼ਿਟਿਵ ਹੈ। 12 ਜਵਾਨ ਹੋਰ ਪੋਜ਼ਿਟਿਵ ਉਹਦੇ ਹੋ ਗਏ, 52 ਪਹਿਲਾਂ ਪੋਜ਼ਿਟਿਵ ਸੀ। ਤੋਂ 93 ਜਿਹੜੇ ਮੁੰਬਈ 'ਚ ਜਿਹੜੀ ਪੁਲਿਸ ਵਾਲੇ ਨੇ ਜਿਹੜਾ ਅੱਜ ਸਲੂਟ ਦੇ ਰਹੇ ਨੇ ਨਾ ਪੈਰਾਮੈਡੀਕਲ ਨੂੰ, ਤਾਂ ਮੈਂ ਇਹ ਕਹਿ ਰਿਹਾ ਸੀ ਸਲੂਟ ਇਹਨਾਂ ਨੂੰ ਵੀ ਮਾਰਨਾ ਚਾਹੀਦਾ। ਇਹ ਵੀ ਉਹਨਾਂ 'ਚੋਂ ਅੱਗੇ ਨੇ। ਤੇ ਸਲੂਟ ਤਾਂ ਮੈਂ ਸੱਚੀ ਗੱਲ ਉਦੋਂ ਕਹੇ ਨਾ ਕਿ ਇਹਨਾਂ ਜਿਹੜੇ ਬਿਜਲੀ ਵਾਲੇ ਨੇ, ਉਹ ਮੇਰੇ ਕੋਲ ਉਹਨਾਂ ਦੇ ਫੋਨ ਆਏ ਕਿ ਸਾਡੀ ਗੱਲ ਹੀ ਨਹੀਂ ਕਰਦੇ। ਮੈਂ ਗੱਲ ਤੁਹਾਡੀ ਸਹੀ ਹੈ। ਮੇਰੇ ਕੋਲ ਬੈਂਕਰਸ ਦੇ ਫੋਨ ਆਏ, ਉਹ ਕਹਿੰਦੇ ਸਾਡੀ ਗੱਲ ਨਹੀਂ ਕਰਦੇ। ਮੈਂ ਤੁਹਾਡੀ ਗੱਲ ਵੀ ਸਹੀ ਹੈ। ਜਿਹੜੇ ਵੀ ਸਾਰੇ ਕੰਮ ਕਰ ਰਹੇ ਨੇ ਸਭ ਨੂੰ ਜਿਹੜਾ ਹੈ ਸਲਾਮ ਕਹਿਣਾ ਚਾਹੀਦਾ,
ਤੇ ਅਸੀਂ ਲਗਾਤਾਰ ਉਹਨਾਂ ਦਾ ਜ਼ਿਕਰ ਕਰਦੇ ਹਾਂ। ਜ਼ਿਕਰ ਤਾਂ ਅਸੀਂ ਇਹ ਵੀ ਕਰਦੇ ਹਾਂ ਕਿ ਕਰੋਨਾ ਕੌਣ ਫੈਲਾ ਸਕਦਾ, ਕਰੋਨਾ ਕਿਵੇਂ ਹੋ ਸਕਦਾ। ਬਹੁਤ ਸਾਰੇ ਡਾਕਟਰ ਘਰਾਂ 'ਚ ਬੈਠੇ ਨੇ, ਉਹਨਾਂ 'ਚੋਂ ਘਰਾਂ 'ਚ ਬੈਠਣ ਵਾਲੇ ਹੋਰ ਵੀ ਡਾਕਟਰ ਨੇ, ਉਹ ਹੈ ਦੰਦਾਂ ਦੇ ਡਾਕਟਰ, ਡੈਂਟਿਸਟ। ਇਹ ਪਤਾ ਲੱਗਿਆ ਕਿ ਡੈਂਟਿਸਟ ਨੂੰ ਤਾਂ ਬਹੁਤ ਜ਼ਿਆਦਾ ਖਤਰਾ, ਕਿਉਂਕਿ ਡੈਂਟਿਸਟ ਦੇ ਜਦੋਂ ਉਹ ਇਲਾਜ ਕਰਦਾ ਹੈ ਤਾਂ ਸਲਾਈਵਾ ਜਿਹੜਾ ਥੁੱਕ ਹੈ ਬਹੁਤ ਜ਼ਿਆਦਾ ਜਿਹੜਾ ਹੈ ਮਾਤਰਾ ਚ ਆਉਂਦਾ ਹੈ। ਤੇ ਇਹਦਾ ਕੀ ਕਰਨਾ ਹੈ, ਇਹਦੇ ਬਾਰੇ ਵੀ ਹੁਣ ਦੁਨੀਆ ਦੇ ਵਿੱਚ ਰੌਲਾ ਰੱਪਾ ਬਹੁਤ ਪਿਆ ਹੋਇਆ ਹੈ ਕਿ ਡੈਂਟਿਸਟ ਉਹਨਾਂ ਲਈ ਵੀ ਅਲੱਗ-ਅਲੱਗ ਜਿਹੜੇ ਹੈ ਤਰੀਕੇ ਵਰਤੇ ਜਾ ਰਹੇ ਨੇ। ਇਹ ਵੀ ਇੱਥੇ ਗੱਲ ਚੱਲ ਰਹੀ ਹੈ। ਤੇ ਹੁਣ ਆਪਣੇ 2 ਮਿੰਟ ਪਹਿਲਾਂ ਬੈਂਕ ਦੀ ਗੱਲ ਚੱਲੀ ਸੀ। ਮੈਨੂੰ ਦੁੱਖ ਇਸ ਗੱਲ ਦਾ ਕਿ ਇੱਕ ਪਾਸੇ ਤਾਂ ਬੈਂਕਰਸ ਕਹਿੰਦੇ ਨੇ ਕਿ ਜੀ ਅਸੀਂ ਵੀ ਲੜ ਰਹੇ ਹਾਂ, ਪਰ ਦੂਜੇ ਪਾਸੇ ਕਪੂਰਥਲਾ ਤੋਂ ਇੱਕ ਖਬਰ ਹੈ ਪਿਆਰੇ ਦਰਸ਼ਕੋ। ਕੀ ਖਬਰ ਹੈ? ਬੰਦੇ ਦੀ ਰੀੜ੍ਹ ਦੀ ਹੱਡੀ ਟੁੱਟੀ ਨੂੰ, ਬਜ਼ੁਰਗ ਹੈ, 4 ਸਾਲ ਹੋ ਗਏ ਬੈੱਡ ਤੇ ਪਿਆ, 4 ਸਾਲ। ਉਹਦਾ ਹੁਣ ਆਧਾਰ ਕਾਰਡ ਜਿਹੜਾ ਹੈ ਉਹਨੂੰ ਜਿਹੜਾ ਬੈਂਕ ਦੇ ਖਾਤੇ ਨਾਲ ਮਿਲਾਉਣਾ ਸੀ, ਲਿੰਕ ਕਰਨਾ ਸੀ, ਤੇ ਨੋ ਡਾਊਟ ਕਿ ਬੈਂਕ ਜਾਣਾ ਪੈਂਦਾ, ਲੇਕਿਨ ਬੰਦਾ ਜਾ ਨਹੀਂ ਸਕਦਾ। ਕੱਲੀ ਮੈਸੇਜ ਆ ਉਹਦੀ, ਉਹਨੂੰ ਇਸ ਕੰਮ ਲਈ ਟੈਂਪੂ ਚ ਪਾ ਕੇ ਵਿਚਾਰੀ ਲੈ ਕੇ ਗਈ। ਲੇਕਿਨ ਫਿਰ ਅਸੀਂ ਗੱਲਾਂ ਤਾਂ ਕਰਦੇ ਹਾਂ ਸੇਵਾ ਕਰਨ ਦੀਆਂ, ਇੱਕ ਬੰਦਾ ਜਾ ਕੇ ਉੱਥੇ ਸਿਰਫ ਇਹੀ ਚੈੱਕ ਕਰਨਾ ਸੀ, ਆਧਾਰ ਕਾਰਡ ਦੇਖ ਕੇ ਤਾਂ ਉਹਦੇ ਸਿਗਨੇਚਰ ਕਰਵਾ ਲੈਂਦੇ। ਤੇ ਹੁਣ ਤਾਂ ਕਹਿ ਰਹੇ ਨੇ ਬੈਂਕ ਦੇ ਮੈਨੇਜਰ ਜੀ ਅਸੀਂ ਐਕਸ਼ਨ ਲਵਾਂਗੇ, ਲੇਕਿਨ ਪਤਾ ਤਾਂ ਲੱਗ ਗਿਆ ਨਾ ਸਾਡੀ ਸਾਈਕੀ ਕੀ ਹੈ, ਅਸੀਂ ਕਰਦੇ ਕੀ ਆ, ਕਹਿੰਦੇ ਕੀ ਆ, ਕਿੰਨੀ ਕੁ ਸੇਵਾ ਕਰਦੇ ਆ। ਘੱਟੋ ਘੱਟ ਪੇਸ਼ੈਂਟ ਦਾ ਤੇ ਬਜ਼ੁਰਗਾਂ ਦਾ ਖਿਆਲ ਰੱਖੋ। ਉਹ ਤਾਂ ਕਹਿੰਦੇ ਬਜ਼ੁਰਗਾਂ ਦਾ ਖਿਆਲ ਰੱਖੋ, ਮੋਦੀ ਸਾਹਿਬ ਵੀ ਕਹਿੰਦੇ ਨੇ ਬਜ਼ੁਰਗਾਂ ਦਾ ਖਿਆਲ ਰੱਖੋ, ਤਾਂ ਬਜ਼ੁਰਗਾਂ ਦਾ ਖਿਆਲ ਰੱਖਿਆ ਜਾ ਰਿਹਾ, ਬਹੁਤ ਔਖਾ। ਲੇਕਿਨ ਭਗਵੰਤ ਮਾਨ ਇੱਕ ਬੰਦੇ ਦਾ ਖਿਆਲ ਰੱਖ ਰਹੇ ਨੇ, ਨਾ ਸਿਰਫ ਰੱਖ ਰਹੇ, ਲੜ ਰਹੇ ਨੇ ਉਹਦੇ ਲਈ। ਉਹ ਹੈ ਮਨਜੀਤ ਸਿੰਘ ਡਰਾਈਵਰ। ਉਹ ਜਿਹੜਾ ਸ਼ਰਧਾਲੂਆਂ ਨੂੰ ਲੈਣ ਜਦੋਂ ਬੱਸ ਜਾ ਰਹੀ ਸੀ ਬੀਕਾਨੇਰ ਦੇ ਨੇੜੇ, ਜਦੋਂ ਉਹਦੀ ਡਿਊਟੀ ਖਤਮ ਹੋਈ, ਆਰਾਮ ਕਰ ਰਿਹਾ ਸੀ, ਉਹਨੂੰ ਅਟੈਕ ਹੋਇਆ ਤੇ ਉਹ ਚੱਲ ਬਸਿਆ। ਇੱਥੇ ਭਵਾਨੀਗੜ੍ਹ ਦੇ ਨੇੜੇ ਬਾਰਡਰ ਪਿੰਡ ਦਾ ਬੜਵਰ ਦਾ ਮਨਜੀਤ ਸਿੰਘ ਚਲਿਆ ਗਿਆ, ਲੇਕਿਨ ਇਹਨੂੰ ਦਿੱਤਾ ਸਰਕਾਰ ਨੇ 10 ਲੱਖ ਰੁਪਈਆ। ਤੇ ਮਾਨ ਸਾਹਿਬ ਕਹਿੰਦੇ ਇਹਨੂੰ ਬਣਾਓ ਸ਼ਹੀਦ ਤੇ ਇਹਨੂੰ ਦਿਓ ਤੁਸੀਂ 50 ਲੱਖ ਰੁਪਈਆ। ਤੇ ਸਰਕਾਰ ਤੇ ਜ਼ੋਰ ਪਾਉਣ ਲਈ ਉਹਨਾਂ ਨੇ ਕੱਲ ਪ੍ਰੋਟੈਸਟ ਕੀਤਾ, ਪੈਸੇ ਲਈ ਪ੍ਰੋਟੈਸਟ ਕੀਤਾ। ਪੈਸੇ ਲਈ ਤਾਂ ਸਰਕਾਰ ਨੇ ਵੀ ਕੱਲ ਪ੍ਰੋਟੈਸਟ ਕੀਤਾ। ਕੀ ਪ੍ਰੋਟੈਸਟ ਕੀਤਾ ਸਾਰੀ ਸਰਕਾਰ ਨੇ? ਮਜ਼ਦੂਰ ਦਿਵਸ ਸੀ ਤੇ ਪ੍ਰੋਟੈਸਟ ਇਹ ਹੋ ਰਿਹਾ ਸੀ ਕਿ ਤਿਰੰਗੇ ਲਹਿਰਾਓ, ਔਰ ਤਿਰੰਗੇ ਲਹਿਰਾਏ ਵੀ ਗਏ। ਇਹ ਵੱਖਰੀ ਗੱਲ ਹੈ ਕਿ ਮਨਪ੍ਰੀਤ ਸਿੰਘ ਬਾਦਲ ਨੇ ਪੁੱਠਾ ਜਿਹੜਾ ਹੈ ਝੰਡਾ ਲਾਇਆ ਹੋਇਆ ਸੀ, ਉਹਨੂੰ ਪਤਾ ਹੀ ਨਹੀਂ ਕਿਹੜਾ ਰੰਗ ਉੱਤੇ ਆਉਣਾ ਕਿਹੜਾ ਥੱਲੇ ਆਉਣਾ, ਲੇਕਿਨ ਸਾਰਿਆਂ ਨੇ ਤਿਰੰਗੇ ਲਹਿਰਾਏ ਔਰ ਪ੍ਰੋਟੈਸਟ ਇਹ ਕੀਤਾ ਕਿ ਜਿਹੜੀ ਇਹ ਕਾਂਗਰਸ ਦੀ ਸਰਕਾਰ ਹੈ ਇਹਦੇ ਨਾਲ ਭਾਰਤੀ ਜਨਤਾ ਪਾਰਟੀ ਕਰ ਰਹੀ ਹੈ ਵਿਤਕਰਾ, ਪੈਸਾ ਨਹੀਂ ਦੇ ਰਹੀ, ਸਾਡਾ ਪੈਸਾ ਨਹੀਂ ਦੇ ਰਹੀ। ਜਾਖੜ ਸਾਹਿਬ ਕਹਿੰਦੇ ਸਾਡਾ ਪੈਸਾ ਨਹੀਂ ਦੇ ਰਹੀ। ਇਧਰੋਂ ਮਨਪ੍ਰੀਤ ਸਿੰਘ ਬਾਦਲ ਨੇ ਵੀ ਡਾਟਾ ਦਿੱਤਾ ਵੀ ਸਾਨੂੰ ਕੁਝ ਨਹੀਂ ਦਿੱਤਾ ਨੇ ਲੜਨ ਲਈ, ਤੇ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਵਾਲੇ ਉਹ ਇਹਨਾਂ ਦੇ ਵਿਰੁੱਧ ਆ ਗਏ। ਉਹ ਇਹ ਕਹਿੰਦੇ ਕਿ ਪੈਸੇ ਦੀ ਗੱਲ ਕਰਦੇ ਹੋ, ਅਸੀਂ ਪੈਸਾ ਵੀ ਦਿੱਤਾ, ਇਹਨਾਂ ਨੇ ਖਰਚਿਆ ਨਹੀਂ, ਉਹਨਾਂ ਨੇ ਵਿਰੋਧ ਚ ਵਰਤ ਰੱਖਿਆ। ਤੇ ਉਹਨਾਂ ਨੇ ਪ੍ਰੋਟੈਸਟ ਵਰਤ ਰੱਖ ਕੇ ਕੀਤਾ, ਕਾਂਗਰਸ ਨੇ ਝੰਡੇ ਲਹਿਰਾ ਕੇ ਕੀਤਾ। ਵੈਸੇ ਝੰਡੇ ਲਹਿਰਾ ਕੇ ਇਹ ਬੜਾ ਅਜੀਬ ਕਿਸਮ ਦਾ ਪ੍ਰੋਟੈਸਟ, ਕੋਠਿਆਂ ਤੇ ਖੜ ਕੇ ਸਾਰੇ ਅਲੱਗ-ਅਲੱਗ ਥਾਵਾਂ ਤੇ ਕਈਆਂ ਨੇ ਤਾਂ ਇਹ ਵੀ ਨਹੀਂ, ਏਜੰਡਾ ਵੀ ਇੱਕ ਨਹੀਂ ਸੀ। ਮਤਲਬ ਫਾਰ ਐਗਜ਼ਾਮਪਲ ਮਨਪ੍ਰੀਤ ਦਾ ਏਜੰਡਾ ਬੜਾ ਸਪਸ਼ਟ ਸੀ ਵੀ ਸਾਡੇ ਨਾਲ ਵਿਤਕਰਾ ਹੋ ਰਿਹਾ ਹੈ। ਜਾਖੜ ਸਾਹਿਬ ਦਾ ਏਜੰਡਾ ਇਹੀ ਸੀ ਕਿ ਜੀ ਕਾਂਗਰਸ ਪ੍ਰਧਾਨ ਹੈ ਕਿ ਸਾਨੂੰ ਸੈਂਟਰ ਸਰਕਾਰ ਦੇ ਕੁਛ ਨਹੀਂ ਰਹੀ। ਮਨਪ੍ਰੀਤ ਕੌਰ ਬਾਦਲ ਦਾ ਏਜੰਡਾ ਬਿਲਕੁਲ ਡਿਫਰੈਂਟ ਲੱਗਿਆ। ਉਹ ਕਹਿੰਦੀ ਅਸੀਂ ਤਾਂ ਕੀਰਤੀ ਤੇ ਮਜ਼ਦੂਰਾਂ ਦੇ ਹੱਕ 'ਚ ਅੱਜ ਦੇ ਝੰਡਾ ਚਲਾ ਰਹੇ ਹਾਂ, ਕਿਉਂਕਿ ਮਜ਼ਦੂਰ ਦਿਵਸ ਹੈ। ਫੈਸਲਾ ਤਾਂ ਕਰ ਲੈਂਦੇ ਵੀ ਕਾਹਦੇ ਲਈ ਕਰ ਰਹੇ ਹੋ ਤੁਸੀਂ, ਔਰ ਹਾਲਾਂਕਿ ਕਿਹਾ ਤਾਂ ਇਹ ਗਿਆ ਸੀ ਕਿ ਇਹ ਵਿਤਕਰੇ ਦੇ ਖਿਲਾਫ ਹੈ। ਔਰ ਥਾਂ ਥਾਂ ਤੇ ਜਿਹੜਾ ਹੈ ਝੰਡਾ, ਸਾਰੇ ਮੰਤਰੀਆਂ ਨੇ ਝੰਡੇ ਚੜਾਏ, ਹਾਜ਼ਰੀਆਂ ਲਵਾਈਆਂ, ਪ੍ਰੋਟੈਸਟ ਵੀ ਕੀਤਾ। ਤੇ ਕੱਲ ਹੀ ਜਦੋਂ ਇਹ ਪ੍ਰੋਟੈਸਟ ਸਾਰਾ ਕਰਕੇ ਹਟੇ ਸੀ ਤੇ ਉਸੇ ਦਿਨ ਹੀ ਕੈਪਟਨ ਸਾਹਿਬ ਨੇ ਇਹ ਵੀ ਕਿਹਾ ਕਿ ਇਸ ਸੰਕਟ ਦੇ ਸਮੇਂ ਸਾਨੂੰ ਸਿਆਸਤ ਨਹੀਂ ਕਰਨੀ ਚਾਹੀਦੀ। ਵਾਹ ਜੀ ਵਾਹ, ਕਿਆ ਕਮਾਲ ਦੀ ਖੇਡ ਹੈ ਸਾਡੇ। ਸਿਆਸਤ ਕਰੀ ਵੀ ਜਾਓ ਤੇ ਕਹੀ ਵੀ ਜਾਓ ਵੀ ਅਸੀਂ ਸਿਆਸਤ ਨਹੀਂ ਕਰਨੀ, ਇਹੀ ਕੁਝ ਚੱਲਦਾ। ਮੈਂ ਬਹੁਤ ਵਾਰ ਲੈ ਕੇ ਉਹਨਾਂ ਨੇ ਜਦੋਂ ਆਪਦੇ ਪ੍ਰੋਗਰਾਮ ਚਰਚਾ 'ਚ ਪੋਲੀਟੀਕਲ ਬੰਦਿਆਂ ਨੂੰ, ਉਹ ਵੀ ਇੱਕ ਦੂਜੇ ਨੂੰ ਕਹਿੰਦੇ ਨੇ ਵੀ ਸਿਆਸਤ ਨਹੀਂ ਕਰਨੀ, ਲੇਕਿਨ ਸਿਆਸਤ ਕਰ ਰਹੇ ਹੁੰਦੇ ਨੇ। ਇਹ ਗੱਲ
सही है, इस तरह ही चलता है। ਜਿਹੜੇ ਪੋਲੀਟੀਕਲ ਬੰਦੇ ਨੇ ਜੋ ਕਹਿ ਰਹੇ ਹੁੰਦੇ ਨੇ ਉਹ ਹੁੰਦਾ ਨਹੀਂ, ਜੋ ਹੁੰਦਾ ਉਹਨੂੰ ਕਹਿਣ ਤੋਂ ਗਰੇਜ਼ ਕਰਦੇ ਹੁੰਦੇ ਨੇ। ਤੇ ਇੱਕ ਖਬਰ ਹੋਰ ਜਿਹੜੀ ਮਾੜੀ ਇਸ ਕਰਕੇ ਹੈ ਕਿ ਜੇ ਉੱਥੇ ਫੈਲ ਗਿਆ ਜੀ ਥਾਂ ਤੇ ਤਾਂ ਕੰਟਰੋਲ ਫਿਰ ਬਹੁਤ ਔਖਾ ਹੋ ਜੂ ਕਰੋਨਾ ਦਾ ਕਰਨਾ, ਉਹ ਹੈ ਜੇਲਾਂ। ਲੇਕਿਨ ਕੱਲ ਲੁਧਿਆਣਾ ਜੇਲ੍ਹ ਤੋਂ ਇੱਕ ਖਬਰ ਆ ਗਈ, ਇੱਕ ਭਜਨ ਕੌਰ ਇੱਥੇ ਕੈਦੀ ਹੈ ਤੇ ਉਹਨੂੰ ਕਰੋਨਾ ਪੋਜ਼ਿਟਿਵ ਆ ਗਿਆ। ਤੇ ਕਰੋਨਾ ਪੋਜ਼ਿਟਿਵ ਦੇ ਨਾਲ ਹੁਣ ਉਹਦੇ ਨਾਲ ਜਿੰਨੇ ਵੀ ਬੰਦੇ ਹੋਰ ਸੀ, ਜਿੰਨੇ ਵੀ ਤਕਰੀਬਨ 17 ਸੀ ਉਸ ਸੈੱਲ ਦੇ ਵਿੱਚ, 17 ਦੇ ਟੈਸਟ ਹੋ ਰਹੇ ਨੇ। ਤਾਂ ਹੁਣ ਜੇਲ੍ਹਾਂ ਦੇ ਵਿੱਚ ਨਾ ਤਾਂ ਸੋਸ਼ਲ ਡਿਸਟੈਂਸ ਉਵੇਂ ਰੱਖਿਆ ਜਾ ਸਕਦਾ, ਤਾਂ ਇਸ ਕਰਕੇ ਉੱਥੇ ਜਿਹੜਾ ਹੈ ਇਹ ਬੜੇ ਖਤਰੇ ਵਾਲੀ ਗੱਲ ਹੈ ਕਿ ਜੇ ਜੇਲ੍ਹਾਂ 'ਚ ਫੈਲ ਗਿਆ ਤਾਂ ਬੜਾ ਮੁਸ਼ਕਲ ਹੋਏਗਾ। ਮੁਸ਼ਕਲ ਤਾਂ ਘੜੀ ਤਾਂ ਹੈ ਹੀ ਹੈ, ਲੇਕਿਨ ਆਪਾਂ ਨੂੰ ਇਹ ਮੁਸ਼ਕਲ ਦੀ ਘੜੀ 'ਚ ਆਪਣੇ ਆਪ ਨੂੰ ਕਿਵੇਂ ਬਚਾਉਣਾ, ਘਰਾਂ 'ਚ ਕਿਵੇਂ ਰੱਖਣਾ, ਔਰ ਨਾਲ ਦੀ ਨਾਲ ਜਿਹੜਾ ਹੈ ਸਰਬੱਤ ਦੇ ਭਲੇ ਦੀ ਅਰਦਾਸ ਵੀ ਕਰਨੀ ਹੈ। ਉਸੇ ਸਰਬੱਤ ਦੇ ਭਲੇ ਦੀ ਅਰਦਾਸ ਤੇ ਚੜ੍ਹਦੀ ਕਲਾ ਦੀ ਅਰਦਾਸ ਨਾਲ ਅੱਜ ਦਾ ਪ੍ਰੋਗਰਾਮ ਕਰਦੇ ਹਾਂ ਸਮਾਪਤ। ਔਰ ਕੱਲ ਇਸੇ ਟਾਈਮ 8:40 ਤੇ ਖਬਰ ਤੇ ਨਜ਼ਰ ਹਰਜਿੰਦਰ ਵਾਲੀਆ ਸ਼ੋਅ 'ਚ ਮਿਲਾਂਗੇ। ਅੱਜ 5:30 ਵਜੇ ਸ਼ਾਮ ਨੂੰ ਮਿਲਾਂਗੇ ਚਰਚਾ 'ਚ। ਤੁਹਾਡਾ ਬਹੁਤ ਬਹੁਤ ਸ਼ੁਕਰੀਆ।